ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਓਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਓਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਅਬ ਮੋਹਿ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾਸ ਸਦਾ ਸੁਖ ਮਨ ਮਹਿ। ਸਤਿਗੁਰ ਪੂਰਾ ਪਾਇਓ ਰਹਾਉ, ਗੁਣ ਨਿਧਾਨ ਰਿਦ ਭੀਤਰ ਵਸਿਆ। ਤਾ ਦੁਖ ਭਰਮ ਭਉ ਭਾਗਾ, ਭਈ ਪ੍ਰਾਪਤ ਵਸਤ ਅਗੋਚਰ। ਰਾਮ ਨਾਮ ਰੰਗ ਲਾਗਾ, ਚਿੰਤ ਅਚਿੰਤਾ ਸੋਚ ਅਸੋਚਾ। ਸੋਗ ਲੋਭ ਮੋਹ ਥਾਕਾ, ਹਉਮੈ ਰੋਗ ਮਿਟੇ ਕਿਰਪਾ ਤੇ। ਜਮ ਤੇ ਭਏ ਬਿਬਾਕਾ, ਗੁਰ ਕੀ ਟਹਿਲ ਗੁਰੂ ਕੀ ਸੇਵਾ। ਗੁਰ ਕੀ ਆਗਿਆ ਭਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ। ਤਿਸ ਗੁਰ ਕੈ ਕੁਰਬਾਨੀ, ਗੁਰ ਕੀ ਟਹਿਲ ਗੁਰੂ ਕੀ ਸੇਵਾ। ਗੁਰ ਕੀ ਆਗਿਆ ਭਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ। ਤਿਸ ਗੁਰ ਕੈ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ, ਪ੍ਰਬੰਧਕਾਂ ਦੇ ਸੁਚਿਆਰੇ ਉਦਮ ਦੁਆਰਾ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਔਰ ਸੂਰੀ ਪ੍ਰਕਾਸ਼ ਗ੍ਰੰਥ ਵਿੱਚੋਂ ਜੋ ਮਸੰਦਾਂ ਦਾ ਪ੍ਰਸੰਗ ਚੱਲ ਰਿਹਾ ਹੈ, ਉਹ ਵਿਚਾਰਾਂ ਸ਼ਰਵਣ ਕਰਦੇ ਆ ਰਹੇ ਹੋ। ਪਹਿਲਾਂ ਭਾਵੇਂ ਇਹ ਪ੍ਰਥਾ ਜਦੋਂ ਆਰੰਭ ਕੀਤੀ ਸੀ ਬੜੀ ਸ਼ੁੱਧ ਸੀ, ਪਵਿੱਤਰ ਸੀ। ਉਹ ਗੁਰਸਿੱਖ ਨਾਮ ਬਾਣੀ ਵਾਲੇ ਸੀ, ਗੁਰੂ ਮਹਾਰਾਜ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਸੀ। ਜਦੋਂ ਫਿਰ ਉਹ ਸੁਤੰਤਰ ਤੌਰ 'ਤੇ ਮਾਇਆ ਖੁੱਲ੍ਹੀ ਆਉਣ ਲੱਗ ਪਈ, ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰ। ਬੂਰਾ ਪਾਣੀ 'ਚੋਂ ਪੈਦਾ ਹੁੰਦਾ ਅਤੇ ਪਾਣੀ ਨੂੰ ਢੱਕ ਲੈਂਦਾ ਹੈ। ਉਹਦੇ ਅੰਦਰ ਕਈ ਤਰ੍ਹਾਂ ਦੇ ਦੋਸ਼ ਜਿਹੜੇ ਹੈ ਪੈਦਾ ਹੋ ਜਾਂਦੇ ਹਨ। ਭਾਈ ਗੁਰਦਾਸ ਜੀ ਨੇ ਲਿਖਿਆ, ਧਰਮਸ਼ਾਲਾ ਕੀ ਝਾਕ ਬੇਖੰਡੂ ਪਾਜ। ਜਿਵੇਂ ਖੰਡ ਵਿੱਚ ਜ਼ਹਿਰ ਮਿਲੀ ਉਹ ਲੱਗਦੀ ਤਾਂ ਸਵਾਦ ਆ,
ਪਰ ਅੰਦਰ ਜਾ ਕੇ ਨੁਕਸਾਨ ਕਰਦੀ ਹੈ। ਜਪ ਤਪ ਜਿਹੜਾ ਸੀ ਉਹ ਢਿੱਲਾ ਪੈ ਗਿਆ, ਜਿਹਦੇ ਕਾਰਨ ਮਾਇਆ ਜਿਹੜੀ ਹੈ ਉਹਨੇ ਆਪਣਾ ਜਿਹੜਾ ਪ੍ਰਭਾਵ ਸੀ ਉਹਨਾਂ ਦੇ ਮਨਾਂ 'ਤੇ ਬਣਾ ਲਿਆ। ਸੋ ਗੁਰੂ ਮਹਾਰਾਜ ਜਾਣੀ ਜਾਣ ਸੀ, ਮਹਾਰਾਜ ਚਾਹੁੰਦੇ ਸੀ ਕਿ ਸਮੇਂ ਦੇ ਨਾਲ ਹੀ ਸੁਧਾਰ ਹੋ ਜਾਏ। ਕਈ ਵਾਰੀ ਕੋਈ ਨਸੂਰ ਫੁੱਟ ਪੈਂਦਾ ਹੈ, ਜੇ ਤਾਂ ਸਮੇਂ ਨਾਲ ਇਲਾਜ ਹੋ ਜਾਏ, ਅੰਗ ਜਿਹੜੇ ਉਹ ਕੱਟਣ ਕਟਾਉਣ ਤੋਂ ਬਚ ਜਾਂਦੇ ਆ। ਤੇ ਜੇ ਦੇਰੀ ਕਰੀਏ, ਭਾਵੇਂ ਸਰੀਰ ਦੇ ਅੰਗ ਬੜੇ ਕੀਮਤੀ ਹੈ, ਬੰਦਾ ਬਚ ਜਾਏ, ਡਾਕਟਰ ਕਹਿੰਦੇ ਤੂੰ ਬਚ ਸਕਦਾ, ਇਹ ਤੇਰਾ ਅੰਗ ਜਿਹੜਾ ਉਹ ਆਪਰੇਸ਼ਨ ਕਰਕੇ ਕੱਟਣਾ ਪਏਗਾ। ਫਿਰ ਉਹ ਤਿਆਰ ਵੀ ਹੋ ਜਾਂਦਾ ਹੈ, ਘਟਾ ਵੀ ਦਿੰਦਾ ਹੈ। ਤੇ ਮਹਾਰਾਜ ਗੁਰੂ ਵੈਦ ਆ, ਉਹ ਦੇਖ ਰਿਹਾ ਕਿ ਇਹਨਾਂ ਦੇ ਅੰਦਰ ਇਹ ਲੋਭ ਦਾ ਨਸੂਰ ਫੁੱਟ ਚੁੱਕਿਆ। ਤੇ ਸਾਡੇ ਬਜ਼ੁਰਗ ਗੁਰੂਆਂ ਨੇ ਪ੍ਰਣਾਲੀ ਆਰੰਭ ਕੀਤੀ ਹੈ, ਇਹ ਸਹੀ ਬਣੀ ਰਹੇ, ਇਹਦਾ ਸੁਧਾਰ ਹੋ ਜਾਏ। ਪਰ ਉਹ ਬੁੱਧੀ ਜਿਹੜੀ ਹੈ ਉਹ ਲੋਭ ਵਸ ਹੋ ਗਈ ਹੈ, ਜਪ ਤਪ ਘਟ ਚੁੱਕਿਆ ਹੈ, ਜਿਹਦੇ ਕਾਰਨ ਹਿਰਦਾ ਜਿਹੜਾ ਸੀ ਉਹ ਲਾਲਚ ਨੇ ਬਹੁਤ ਮਲੀਨ ਕਰ ਦਿੱਤਾ ਸੀ। ਵਾਹਿਗੁਰੂ। ਉਹ ਦੋਸ਼ ਪੈਦਾ ਹੋ ਗਏ। ਜਿਵੇਂ ਬਾਂਸ ਹੈ, ਬਾਂਸ ਦੇ ਵਿੱਚ 5 ਦੋਸ਼ ਸੰਪਰਦਾਈ ਮਹਾਂਪੁਰਖਾਂ ਨੇ ਦੱਸਿਆ। ਇੱਕ ਤਾਂ ਇਹ ਹੈ ਕਿ ਉਹਨੂੰ ਬੜਾ ਹੰਕਾਰ ਹੈ ਕਿ ਸਾਰੇ ਜੰਗਲ ਦੇ ਬ੍ਰਿਕਸ਼ਾਂ ਨਾਲੋਂ ਮੈਂ ਉੱਚਾ ਹਾਂ। ਦੂਸਰਾ ਵਿੱਚੋਂ ਪੋਲਾ ਹੁੰਦਾ, ਤੀਸਰਾ ਗੰਢਾਂ ਹੁੰਦੀਆਂ, ਚੌਥਾ ਸਿਲਤਾਂ ਵਿੱਚੋਂ ਪੈਦਾ ਹੁੰਦੀਆਂ, ਪੰਜਵਾਂ ਕੁੱਲ ਘਾਤੀ ਹੈ। ਹਨੇਰੀ ਚੱਲਦੀ ਹੈ, ਬਾਂਸ ਨਾ ਬਾਂਸ ਅਗਰ ਰਗੜ ਹੁੰਦੇ ਅੱਗ ਪੈਦਾ ਹੋ ਜਾਂਦੀ ਹੈ। ਆਪ ਵੀ ਸਾਰੇ ਜੰਗਲ ਜਿੰਨੇ ਪਸ਼ੂ ਪੰਛੀ ਆ ਜੰਗਲ ਸਾਰਿਆਂ ਨੂੰ ਉਹ ਤਬਾਹ ਕਰਾ ਦਿੰਦਾ। ਇਸੇ ਤਰ੍ਹਾਂ ਇਨਸਾਨ ਵਿੱਚ ਜਦੋਂ ਦੋਸ਼ ਆ ਜਾਂਦੇ ਆ ਕਿ ਮੈਂ ਵੱਡਾ, ਮੈਂ ਮੁਖੀ ਹਾਂ, ਵਰਨ ਆਸ਼ਰਮ ਦੀਆਂ ਗੰਢਾਂ, ਔਰ ਇਸੇ ਤਰ੍ਹਾਂ ਭਜਨ ਵਿਚਾਰ ਤੋਂ ਹੀਣਾ ਹੋਣ ਕਰਕੇ ਖਾਲੀ ਪੋਲਾ ਆ, ਈਰਖਾ ਦੀਆਂ ਸਿਲਤਾਂ ਆ, ਕੁੱਲ ਘਾਤੀ ਹੈ, ਔਰ ਗੁਰੂ ਘਰ ਦਾ ਖਾ ਕੇ ਗੁਰੂ ਘਰ ਦਾ ਵਿਰੋਧੀ ਹੋ ਜਾਂਦਾ, ਵਾਹਿਗੁਰੂ। ਆਪਣੀ ਕੁੱਲ ਦਾ ਘਾਤ ਕਰਦਾ ਹੈ। ਜਿਹੜੇ ਗਦਾਰ ਲੋਕ ਉਹਨਾਂ ਦਾ ਇਹੀ ਹਾਲ ਹੈ ਨਾ। ਕੋਈ ਸਿੰਘ ਤਾਂ ਦੇਸ਼ ਵਾਸਤੇ, ਕੌਮ ਵਾਸਤੇ, ਪੰਥ ਵਾਸਤੇ ਕੁਰਬਾਨੀਆਂ ਦਿੰਦੇ ਆ, ਕਈ ਲੋਭ ਦੇ ਵਸ ਹੋ ਕੇ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੰਦੇ ਆ। ਸਿਰਫ ਉਹਨਾਂ ਨੂੰ ਆਪਣਾ ਪੇਟ ਜਾਂ ਪਰਿਵਾਰ ਦਾ ਫਿਕਰ ਹੁੰਦਾ, ਕੌਮ ਦਾ ਨੁਕਸਾਨ ਬਹੁਤ ਵੱਡਾ ਕਰ ਜਾਂਦੇ ਆ। ਸਿੰਘਾਂ ਦੀਆਂ ਗੋਰਿਆਂ ਨਾਲ ਲੜਾਈਆਂ ਹੋਈਆਂ, ਸ਼ਹੀਦ ਬਾਬਾ ਮਹਾਰਾਜ ਸਿੰਘ ਨਰੰਗਾਵਾਦ ਵਾਲਿਆਂ ਨੇ ਰਾਣੀ ਜਿੰਦਾਂ ਦੀ ਬੇਨਤੀ ਤੋਂ ਪੰਥ ਦੀ ਅਗਵਾਈ ਸ਼ੁਰੂ ਕੀਤੀ, ਕਿਉਂਕਿ ਚਾਰੇ ਲੜਾਈਆਂ ਵਿੱਚ ਗਦਾਰਾਂ ਦੀ ਕਿਰਪਾ ਦੇ ਨਾਲ ਸ਼ਿਕਸਤ ਹੋ ਗਈ ਸੀ। ਫਿਰ ਮਹਾਂਪੁਰਖਾਂ ਨੇ ਗਰੀਲਾ ਮਾਰ ਢੰਗ ਦੇ ਨਾਲ ਇਹ
ਜੰਗ ਜਾਰੀ ਰੱਖੀ। ਬੜਾ ਤੂਫਾਨੀ ਦੌਰਾ ਕੀਤਾ ਔਰ ਸਾਰੀ ਤਰ੍ਹਾਂ ਉਹਨਾਂ ਨੇ ਤਰੀਕ ਮਿਥ ਲਈ ਕਿ ਫਲਾਣੇ ਦਿਨ ਹਥਿਆਰਾਂ ਦੇ ਭੰਡਾਰ 'ਤੇ ਬੈਂਕਾਂ 'ਤੇ ਕਬਜ਼ਾ ਕਰਕੇ ਜਿੰਨੇ ਕਾਰਕੁਨ ਆ ਜ਼ੁਲਮ ਕਰਨ ਵਾਲੇ ਇਹਨਾਂ ਦਾ ਇੱਕੋ ਵਾਰੀ ਸਫਾਇਆ ਕੀਤਾ ਜਾਏਗਾ। ਬੜੀ ਜ਼ਰੂਰੀ ਮੀਟਿੰਗ ਹੋ ਰਹੀ ਸੀ। ਇੱਕ ਗਦਾਰ ਨੇ ਝੋਲੀ ਚੁੱਕ ਨੇ CID ਦੇ ਕੇ ਗ੍ਰਿਫਤਾਰ ਕਰਾ ਦਿੱਤਾ ਤੇ ਜਿਹੜਾ ਉਹ ਖਾਲਸਾ ਰਾਜ ਦਾ ਸੁਪਨਾ ਸੀ ਉਸ ਨੂੰ ਕਿਵੇਂ ਮਲੀਆ ਮੇਟ ਕਰਵਾਇਆ। ਇੱਕ ਲੋਭ ਦੇ ਪਿੱਛੇ ਇਨਸਾਨ ਕੀ ਕੁਝ ਕਰਦਾ ਹੈ। ਇਸੇ ਤਰ੍ਹਾਂ ਹੁਣ ਇਹ ਜਿਹੜੀ ਪ੍ਰਥਾ ਸੀ ਪਹਿਲਾਂ ਤਾਂ ਬੜੀ ਠੀਕ ਸੀ। ਦੁੱਧ ਚੰਗਾ ਹੁੰਦਾ, ਕਾਂਜੀ ਦੀ ਛਿੱਟ ਪੈ ਜਾਏ ਉਹ ਚੰਗਾ ਦੁੱਧ ਵੀ ਫੁੱਟ ਜਾਂਦਾ, ਉਹਦੇ 'ਚੋਂ ਕੋਈ ਪਦਾਰਥ ਪ੍ਰਾਪਤ ਹੋਣ ਵਾਲਾ ਨਹੀਂ ਹੁੰਦਾ। ਇਸੇ ਤਰ੍ਹਾਂ ਇਹਨਾਂ ਦੇ ਅੰਦਰ ਵੀ ਐਸੇ ਖੋਟ, ਐਸੀਆਂ ਕਮਜ਼ੋਰੀਆਂ ਪੈਦਾ ਹੋ ਗਈਆਂ ਸੀ। ਮਹਾਰਾਜ ਚਾਹੁੰਦੇ ਸੀ ਕਿ ਸੁਧਾਰ ਕਰ ਦਿੱਤਾ ਜਾਏ। ਕੁਝ ਸੁਧਰੇ ਵੀ ਤੇ ਜਿਹੜੇ ਨਹੀਂ ਸੁਧਰੇ ਤੇ ਫਿਰ ਮਹਾਰਾਜ ਨੇ ਜੋ ਯੋਗ ਸਜ਼ਾਵਾਂ ਸੀਆਂ ਸਮੇਂ ਸਮੇਂ ਦੇ ਨਾਲ ਉਹਨਾਂ ਨੂੰ ਦਿੱਤੀਆਂ ਤੇ ਅਗਾਂਹ ਵਾਸਤੇ ਸਿੱਧਾ ਜਿਹੜਾ ਸੰਪਰਕ ਸੀ ਉਹ ਸੰਗਤ ਦਾ, ਭੇਟਾ ਦਾ ਗੁਰੂ ਮਹਾਰਾਜ ਨੇ ਕਿਹਾ ਆਪਣੇ ਤੌਰ 'ਤੇ ਕਰਾਇਆ ਕਰੋ। ਪਰ ਜੇ ਕਹੀਏ ਵੀ ਉਦੋਂ ਮਸੰਦਾਂ ਦਾ ਸੁਧਾਰ ਹੋ ਗਿਆ ਜਾਂ ਨਹੀਂ ਹੋਇਆ, ਵੀ ਅੱਜ ਵੀ ਆਪਾਂ ਦੇਖੀਏ ਤੇ ਇਹ ਕੰਮ ਹਾਲੇ ਬੰਦ ਤਾਂ ਹੋਇਆ ਨਹੀਂ, ਹਾਲੇ ਵੀ ਚੱਲੀ ਜਾ ਰਿਹਾ। ਜਿੱਥੇ ਕਿਸੇ ਦਾ ਦਾਅ ਲੱਗਦਾ ਉਹ ਲਾਉਣ ਦੀ ਕੋਸ਼ਿਸ਼ ਕਰੀ ਜਾਂਦਾ ਹੈ। ਤੇ ਗੁਰੂ ਘਰਾਂ ਦੇ ਅੰਦਰ ਵੀ ਬਹੁਤ ਵਾਰੀ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ, ਆਵਾਜ਼ਾਂ ਵੀ ਉੱਠਦੀਆਂ ਰਹਿੰਦੀਆਂ, ਪਰ ਜਿਹਦੇ ਕੋਲ ਸੱਤਾ ਹੁੰਦੀ ਆ ਉਹ ਫਿਰ ਟੰਗ ਟੁੰਗ ਦੇ ਨਾਲ ਦਬਾ ਜਾਂਦੇ ਆ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦਾ ਵੀ ਸਤਿਗੁਰ ਸਭ ਦਾ ਭਲਾ ਮਨਾਉਂਦੇ, ਬੁਰਾ ਨਹੀਂ ਸੋਚਦੇ, ਪਰ ਉਹ ਬੁਰਾਈ ਨੂੰ ਖਤਮ ਕਰਨ ਵਾਸਤੇ ਕਿ ਜਿਹੜਾ ਦੋਸ਼ ਪੈਦਾ ਹੋਇਆ ਨਿਵਰਤ ਕੀਤਾ ਜਾਏ। ਪਰ ਜਦੋਂ ਕੁੱਤਾ ਹਲਕ ਜਾਂਦਾ ਨਾ ਫਿਰ ਉਹਦਾ ਇਲਾਜ ਹੋਣਾ ਮੁਸ਼ਕਲ ਹੋ ਜਾਂਦਾ। ਉਹ ਤੋਂ ਬਚਾਉਣ ਵਾਸਤੇ ਫਿਰ ਉਹਨੂੰ ਸਿਆਣੇ ਬੰਦੇ ਮਾਰਦੇ ਹੀ ਹੈ। ਇਹ ਗਾਂ 'ਤੇ ਗਾਂ ਵੱਢੀ ਗਿਆ, ਸਾਰਿਆਂ ਨੂੰ ਹਲਕਾ ਹੋ ਜਾਏਗਾ। ਉਹ ਫਿਰ ਜਦੋਂ ਇਸ ਤਰ੍ਹਾਂ ਦੀ ਕਿਰਿਆ ਹੋ ਜਾਏ, ਹਲਕ ਜਾਏ, ਇੱਕ ਤਾਂ ਉਹਦੇ ਮੂੰਹ 'ਚੋਂ ਝੱਗ ਜਾਂਦੀ ਹੈ। ਇੱਕ ਜਗ੍ਹਾ ਟਿਕਦਾ ਨਹੀਂ ਹੁੰਦਾ, ਉਹਦੇ ਰੋਮ ਸਾਰੇ ਖੜੇ ਹੋ ਜਾਂਦੇ ਆ, ਪੂਛ ਸਿੱਧੀ ਹੋ ਜਾਂਦੀ ਹੈ। ਆਪਣਾ ਬਗਾਨਾ ਦੇਖਦਾ ਨਹੀਂ, ਹਰੇਕ ਨੂੰ ਉਹ ਮੂੰਹ ਪਾ ਲੈਂਦਾ। ਇਸ ਤਰ੍ਹਾਂ ਜਦੋਂ ਇਹ ਲੋਭ ਦਾ ਹਲਕ ਪੈਦਾ ਹੋ ਜਾਂਦਾ, ਉਹਦੀ ਵੀ ਬਿਰਤੀ ਫਿਰ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਜਦੋਂ ਇੱਕ ਵਾਰੀ ਤੇ ਆਨੰਦਪੁਰ ਸਦਾਈ ਹੋਈ ਹੈ, ਉੱਥੇ ਵੀ ਉਹ ਮਸੰਦਾਂ ਦਾ ਖੂਹ ਵੱਜਦਾ, ਜਿਸ 'ਚੋਂ ਮਿੱਟੀ ਦਾ ਤੇਲ ਕੱਢ ਕੇ, ਤੇ ਦੇਖ ਲਓ ਕਿੰਨੀਆਂ ਸਦੀਆਂ ਪਹਿਲਾਂ ਮਹਾਰਾਜ ਨੇ ਤੇਲ ਉੱਥੋਂ ਕੱਢਿਆ। ਫਿਰ ਉਹਨਾਂ ਦੇ ਕਰਮਾਂ ਦਾ ਫਲ ਜਿਹੜਾ ਸੀ ਭੁਗਤਾਇਆ। ਤੇ ਜਦੋਂ ਫਿਰ ਸ਼੍ਰੀ ਰਾਮ ਰਾਏ ਜੀ ਆਪਣੇ ਸੂਖਮ ਸਰੀਰ ਨੂੰ ਬਾਹਰ ਕੱਢ ਕੇ ਆਪਣੇ ਕੇ ਪ੍ਰੇਮੀ ਦਾ ਬੇੜਾ ਬੰਨੇ ਲਾਉਣ ਗਏ ਸੀ ਦੇਹਰਾਦੂਨ, ਤੇ ਮਾਤਾ ਨੂੰ ਕਹਿ ਗਏ ਸੀ ਵੀ ਸਾਡਾ ਸਰੀਰ ਅੰਦਰ ਜਿਹੜਾ
ਉਹ ਸਿਕਿਉਰਿਟੀ 'ਚ ਰੱਖਣਾ, ਫਲਾਣੇ ਦਿਨ ਮੁੜਾਂਗੇ। ਪਰ ਮਸੰਦ ਜਿਹੜੇ ਸੀ ਉਹਨੇ ਮਾਤਾ ਪੰਜਾਬ ਕੌਰ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਸ਼੍ਰੀ ਰਾਮ ਰਾਏ ਦਾ ਜਿਹੜਾ ਸਰੀਰ ਸੀ ਅਗਨ ਭੇਟ ਕਰ ਦਿੱਤਾ ਸੀ। ਉਹ ਸੂਖਮ ਸਰੀਰ ਆਏ ਅਤੇ ਜਦੋਂ ਹੁਣ ਇਹ ਜਿਹੜਾ ਸਰੀਰ ਸੀ ਸੰਸਕਾਰਿਆ ਗਿਆ ਅਤੇ ਕਿਹਦੇ ਵਿੱਚ ਪ੍ਰਵੇਸ਼ ਕਰਨਾ ਸੀ। ਫਿਰ ਉਹਨਾਂ ਨੇ ਆਕਾਸ਼ਬਾਣੀ ਦੁਆਰਾ ਮਾਤਾ ਨੂੰ ਕਿਹਾ ਸੀ ਵੀ ਦਸਮ ਪਾਤਸ਼ਾਹੀ ਚਰਨਾਂ ਜਾ ਕੇ ਬੇਨਤੀ ਕਰੋ। ਇਹ ਹੁਣ ਜ਼ਿਆਦਾ ਹੀ ਮਨਮਾਨੀਆਂ ਕਰਨ ਲੱਗ ਗਿਆ। ਫਿਰ ਮਹਾਰਾਜ ਨੇ ਦੇਹਰਾਦੂਨ ਉਹ ਸਾਰੇ ਮਸੰਦ ਇਨਾਮ ਦੇ ਬਹਾਨੇ ਸੱਦੇ ਸੀ ਔਰ ਉਹਨਾਂ ਦੇ ਜਿਹੋ ਜਿਹਾ ਕਰਮ ਸੀ ਉਹਨਾਂ ਦਾ ਫਿਰ ਉਹ ਫਲ ਵਗੈਰਾ ਭੁਗਤਾਇਆ ਸੀ। ਉਹ ਕੜਾਹਾ ਹਾਲੇ ਵੀ ਉੱਥੇ ਹੈਗਾ ਅਤੇ ਸ਼ਾਇਦ ਮਹਾਰਾਜ ਨੂੰ ਫੇਰ ਲੋੜ ਹੋਏਗੀ ਜਿਹੜਾ ਉੱਥੇ ਪਿਆ ਹੋਇਆ। ਸੋ ਇਸ ਕਰਕੇ ਇਹ ਪ੍ਰਸੰਗ ਜਿਹੜਾ ਚੱਲ ਰਿਹਾ ਸੁਣਦੇ ਆ ਰਹੇ ਹਾਂ। ਆਓ ਹੁਣ ਆਪਾਂ ਬਾਣੀ ਦੀ ਵਿਚਾਰ ਪਿਆਰ ਨਾਲ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਵਿੱਚੋਂ ਪੰਚਮ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਵਿਚਾਰ ਸਰਵਣ ਕਰਨ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਬ ਤੇ ਦਰਸ਼ਨ ਭੇਟੇ ਸਾਧੂ। ਜਦੋਂ ਦੇ ਕਹਿੰਦੇ ਕਿ ਇਹ ਸਾਧੂ ਜਿਨ ਆਪਣਾ ਆਪ ਸਾਧਿਆ ਹੋਇਆ ਉਸ ਮਹਾਂਪੁਰਖ ਦੇ ਦਰਸ਼ਨ ਭੇਟੇ, ਉਹਨਾਂ ਮਹਾਂਪੁਰਖਾਂ ਦਾ ਮਿਲਾਪ ਹੋਇਆ, ਉਹਨਾਂ ਦੇ ਪਵਿੱਤਰ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਭਲੇ ਦਿਨਸ ਓਏ ਆਏ। ਉਹ ਜਿਹੜੇ ਪਹਿਲੇ ਮਾੜੇ ਦਿਨ ਸੀ ਉਹ ਚਲੇ ਗਏ ਅਤੇ ਭਲੇ ਦਿਨ ਆ ਗਏ। ਹੁਣ ਕੋਡਾ ਰਾਖਸ਼ ਸੱਜਣ ਠਾ ਗਿਆ, ਭੂਮੀਆਂ ਚੋਰ ਆ, ਲਖੂ ਧਾੜਵੀ ਹੈ। ਅਤੇ ਜਦੋਂ ਗੁਰੂ ਸਾਹਿਬਾਂ ਦਾ ਮਿਲਾਪ ਹੋਇਆ ਅਤੇ ਜਿੰਨੇ ਉਹਨਾਂ ਦੀ ਬੁਰਾਈ ਸੀ, ਮਾੜੇ ਕਰਮ ਸੀ, ਮਹਾਰਾਜ ਦੇ ਪ੍ਰਵਚਨ ਸੁਣ ਕੇ ਤਿਆਗ ਦਿੱਤੇ। ਪਹਿਲਾਂ ਤੋਂ ਦਿਨ ਮਾੜੇ ਬੀਤ ਰਹੇ ਸੀ ਬੁਰਾਈ ਦੇ ਵਿੱਚ, ਚੋਰੀ ਜਾਰੀ ਬਦਮਾਸ਼ੀ ਵਿੱਚ। ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਅਤੇ ਫਿਰ ਨਾਮ ਜਪਣ ਦੇ, ਸੇਵਾ ਕਰਨ ਦੇ, ਸਤਸੰਗ ਕਰਨ ਦੇ ਇਹ ਭਲੇ ਦਿਨ ਸੀ ਜਿਹੜੇ ਸੀ ਆ ਗਏ। ਭਲੇ ਦਿਨ ਫਿਰ ਆ ਕੇ ਪ੍ਰਾਪਤ ਹੋ ਜਾਂਦੇ ਹਨ। ਮਹਾ ਆਨੰਦ ਸਦਾ ਕਰ ਕੀਰਤਨ। ਜਿਹੜੇ ਸਦਾ ਵਾਸਤੇ ਹਰੀ ਦਾ ਕੀਰਤਨ ਜਸ ਕਰਦੇ ਹਨ ਉਹਨਾਂ ਨੂੰ ਮਹਾਨ ਆਨੰਦ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਤੁੱਛ ਆਨੰਦ ਖਾਣ ਵਿੱਚ ਹੈ ਔਰ ਪਹਿਨਣ ਵਿੱਚ ਵੀ ਕੋਈ ਆਨੰਦ ਮੰਨਦਾ, ਇਸ ਤਰ੍ਹਾਂ ਭੋਗਣ ਵਿੱਚ ਹੈ। ਇਸ ਤਰ੍ਹਾਂ ਕੋਈ ਉੱਚੀ ਪਦਵੀ ਮਿਲ ਗਈ, ਕਿਸੇ ਨੂੰ ਕੋਈ ਡਿਗਰੀ ਡਿਪਲੋਮਾ ਪ੍ਰਮਾਣ ਪੱਤਰ ਮਿਲ ਗਿਆ, ਬੜਾ ਆਨੰਦ, ਖੁਸ਼ ਹੁੰਦਾ ਪਰਿਵਾਰ ਵੀ। ਹੋਰ ਵੀ ਛੋਟੇ ਛੋਟੇ ਆਨੰਦਾਂ ਦੇ, ਕੋਈ ਰਾਜ ਗੱਦੀ ਮਿਲ ਗਈ, ਹੈਗੇ ਆ, ਪਰ ਇਹਨਾਂ ਨੂੰ ਮਹਾ ਆਨੰਦ ਨਹੀਂ ਕਿਹਾ ਜਾਂਦਾ। ਇਹ ਤੁੱਛ ਆਨੰਦ ਹੈ। ਅਤੇ ਜਿਹੜਾ ਮਹਾ ਆਨੰਦ ਹੈ, ਜੋ ਵੇ ਭੂਮਾ ਤਤ ਸੁਖੰ ਨ ਸੁਖੰ ਅਲਪੰ ਅਸਤੀ। ਜੋ ਤੁਮਾਰੀ ਆਤਮਾ ਦੇ ਮਿਲਾਪ, ਆਤਮਾ ਦੇ ਗਿਆਨ ਦਾ ਆਨੰਦ ਹੈ, ਉਹ ਸੰਪੂਰਨ ਆਨੰਦ ਹੈ। ਬਾਕੀ ਸਾਰੇ ਤੁੱਛ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਿਉਂਕਿ ਜਦੋਂ ਉਹਦੀ ਪਿਆਰੇ ਦੀ ਕਿਰਪਾ ਹੁੰਦੀ ਹੈ ਫਿਰ ਇਹ ਜਿਹੜਾ ਰੂਹਾਨੀ ਆਤਮਕ ਆਨੰਦ ਇਹ ਪ੍ਰਾਪਤ ਹੁੰਦਾ ਹੈ। ਇੱਕ ਤਾਂ ਭੋਗ ਆਨੰਦ ਆ, ਇਹ ਇਸ ਤਰ੍ਹਾਂ ਜਿਵੇਂ ਪਿਆਲੀ ਥੋੜ੍ਹਾ ਜਿਹਾ ਪਾਣੀ ਹੈ,
ਡੁੱਲ ਜਾਣ ਦਾ, ਸੁੱਕ ਜਾਣ ਦਾ, ਸੜ ਜਾਣ ਦਾ, ਜੰਮ ਜਾਣ ਦਾ, ਉੱਡ ਜਾਣ ਦਾ, ਮਿੱਟੀ 'ਚ ਮਿਲ ਜਾਣ ਦਾ, ਇੰਨਾ ਕਈ ਹੈ। ਇੱਕ ਜੋਗਾ ਆਨੰਦ ਆ, ਪ੍ਰਾਣ ਦਸਵੇਂ ਦੁਆਰ 'ਚ ਚੜਾ ਲੈ, ਉਨਾ ਚਿਰ ਫੁਰਨਾ ਰੁਕਿਆ ਰਹਿੰਦਾ, ਅਤੇ ਜਦੋਂ ਪ੍ਰਾਣ ਲਾ ਲੈ ਉਹ ਜਿਹੜੇ ਫੁਰਨੇ ਪਹਿਲਾਂ ਸੀ ਉਹ ਫੇਰ ਸ਼ੁਰੂ ਹੋ ਜਾਂਦੇ ਆ। ਉਹ ਬਰਸਾਤੂ ਨਦੀ ਵਾਂਗੂ ਮੀਂਹ ਪੈ ਜਾਏ ਤੇ ਭਰੀ ਜਾਂਦੀ ਹੈ, ਬਰਸਾਤ ਹਟ ਜਾਏ ਫਿਰ ਉਹੀ ਪਾਣੀ ਉਤਰ ਜਾਂਦਾ। ਇੱਕ ਰਸ ਨਹੀਂ ਨਾ, ਉਤਰਾਅ ਚੜ੍ਹਾਅ ਬਣਿਆ ਰਹਿੰਦਾ। ਇੱਕ ਹੈ ਬ੍ਰਹਮਾਨੰਦ, ਜਿਵੇਂ ਬ੍ਰਹਮਪੁੱਤਰ ਜਾਂ ਗੰਗਾ ਵੱਡੇ ਦਰਿਆ ਆ, ਉਹ ਸੁੱਕਦੇ ਨਹੀਂ, ਸਮੁੰਦਰ ਨਾਲ ਉਹਨਾਂ ਦਾ ਲਿੰਕ ਜੁੜਿਆ ਰਹਿੰਦਾ। ਇਹ ਜਿਹੜਾ ਆਤਮਾ ਆਨੰਦ ਆ, ਜਦੋਂ ਪਰਮਾਤਮਾ ਨਾਲ ਮਿਲਾਪ ਹੋ ਗਿਆ, ਭੇਦ ਅਵਸਥਾ ਹੋ ਗਈ, ਇਹ ਟੁੱਟਦਾ ਨਹੀਂ। ਉਹ ਫਿਰ ਬੰਦ ਕੱਟਿਆ ਜਾਏ, ਚਾਹੇ ਖੋਪਰੀ ਲੈ ਜਾਏ, ਜਾਂ ਜਬੂਰਾਂ ਨਾਲ ਮਾਸ ਨੋਚੇ ਜਾਣ, ਹਾਰੇ ਫਿਰ ਜਾਣ, ਦੇਗਾਂ ਚੋਵਾਲੇ ਜਾਣ, ਖੋਪਰੀਆਂ ਲੈ ਜਾਣ, ਉਹ ਆਨੰਦ ਇੱਕ ਰਸ ਰਹਿੰਦਾ। ਇਹ ਸਿੱਖੀ ਦੀ ਬੜੀ ਕਰੜੀ ਪਰਖ ਹੋਈ। ਜਿਨ੍ਹਾਂ ਨੂੰ ਇਹ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਸੀ, ਉਹ ਆਨੰਦ 'ਚ ਰਹੇ। ਜਦੋਂ ਬੰਦਾ ਬਹਾਦਰ ਜੀ ਦਾ ਜਬੂਰਾਂ ਨਾਲ ਮਾਸ ਨੋਚ ਹੋ ਰਿਹਾ ਸੀ, ਉਹ ਆਨੰਦ 'ਚ ਬੈਠੇ ਸੀ। ਜਿਹੜੇ ਜ਼ੁਲਮ ਕਰਦੇ ਉਹਨਾਂ ਦੀ ਵੀ ਰੂਹ ਕੰਬਦੀ ਹੈ ਕਿ ਅਸੀਂ ਮਾਇਆ ਦੇ ਅਧੀਨ ਇਹਨਾਂ ਦੇ ਨੌਕਰ ਚਾਕਰ ਕੀ ਕਰ ਰਹੇ ਹਾਂ। ਪਰ ਅਕਸਰ ਵੀ ਪੁੱਛਦਾ ਭਈ ਤੈਨੂੰ ਕੋਈ ਦੁੱਖ ਨਹੀਂ, ਹਾਲੇ ਵੀ ਮੰਨ ਲੈ, ਤੈਨੂੰ ਸਾਰੇ ਮੁਸਲਮਾਨੀ ਫੌਜ ਦਾ ਜਰਨੈਲ ਬਣਾ ਦਿੰਦੇ ਆ। ਉਹ ਕਹਿੰਦੇ ਵੀ ਜੋ ਦਸਮ ਪਾਤਸ਼ਾਹ ਨੇ ਮੈਨੂੰ ਜਹੇਦਾਰੀ ਦੇਤੀ, ਇਹਨੂੰ ਵੱਡੀ ਤਾਂ ਕੋਈ ਹੈ ਨਹੀਂ। ਕਹਿੰਦੇ ਦੁੱਖ ਨਹੀਂ ਲੱਗਦਾ। ਕਹਿੰਦੇ ਜਿਹੜਾ ਸਰੀਰ ਹੈ ਇਹ ਆਤਮਾ ਦਾ ਕੋਠਾ ਹੈ। ਜਿਵੇਂ ਕੋਈ ਬੰਦਾ ਮਕਾਨ 'ਚ ਬੈਠਾ, ਬਾਹਰ ਗੜੇ ਪੈ ਰਿਹਾ, ਬਰਫ਼ ਪੈ ਰਹੀ ਹੈ, ਮੀਂਹ ਜਾਂ ਹਨੇਰੀ ਵਗੈਰਾ ਝੱਖੜ ਝੁੱਲ ਰਿਹਾ, ਮਕਾਨ ਦੇ ਅੰਦਰ ਬੈਠੇ ਬੰਦੇ ਨੂੰ ਤਾਂ ਕੋਈ ਦੁੱਖ ਨਹੀਂ। ਇਸ ਤਰ੍ਹਾਂ ਕਹਿੰਦੇ ਸਰੀਰ ਇੱਕ ਆਤਮਾ ਦਾ ਕੋਠਾ। ਆਤਮਾ ਜਿਹੜੀ ਹੈ ਉਹ ਨਿਰਲੇਪ ਰਹਿੰਦੀ ਹੈ, ਮੈਨੂੰ ਕੋਈ ਕਲੇਸ਼ ਨਹੀਂ। ਕਹਿਣ ਲੱਗੇ ਹੁਣ ਆਪਣਾ ਤੇਰੇ ਪੁੱਤ ਦਾ ਕਾਲਜਾ ਤੇਰੇ ਮੂੰਹ ਵਿੱਚ ਤੁੰਨਿਆ। ਕਹਿੰਦੇ ਜਦੋਂ ਕਿਸੇ ਨੇ ਕੋਈ ਲੜਕੀ ਮੰਗਣੀ ਹੁੰਦੀ ਹੈ, ਉਹ ਲਾੜੇ ਦੇ ਮੂੰਹ ਨੂੰ ਛੁਹਾਰਾ ਵਗੈਰਾ ਲਾਉਂਦੇ ਹੁੰਦੇ ਆ। ਮੈਂ ਜੇਤੂ ਹਾਂ, ਤੁਸੀਂ ਜਿੱਤ ਦਾ ਛੁਹਾਰਾ ਲਾ ਰਹੇ। ਕਹਿੰਦੇ ਆਂਦਰਾਂ ਕੱਟ ਕੇ ਉਹਦੀਆਂ ਅਜੇ ਸਿੰਘ ਦੀਆਂ ਤੇਰੇ ਗਲ 'ਚ ਪਾਈਆਂ। ਕਹਿੰਦੇ ਜਿੱਤ ਦੀ ਜੈਮਾਲਾ ਪਾਈ ਹੈ। ਇਹ ਜਿਨ੍ਹਾਂ ਦੀ ਅਵਸਥਾ ਰਹੇ, ਅਵਸਥਾ ਪੂਰੇ ਨਾਲ ਮਿਲ ਕੇ ਜਿਹੜੇ ਪੂਰੇ ਹੋ ਗਏ, ਪੂਰਾ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਨਿਤ ਚੜੇ ਸਵਾਇਆ, ਨਾਨਕ ਹੋਤ ਨਾ ਘਾਟ। ਇਹ ਹੈ ਆਤਮਾ ਆਨੰਦ ਵਾਲਿਆਂ ਦੀ ਅਵਸਥਾ। ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਫਿਰ ਇੱਕ ਰਸ ਇਹਨਾਂ ਦੁੱਖਾਂ ਜਾਂ ਦੁਨਿਆਵੀ ਸੁੱਖਾਂ ਦੀ ਉਹ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਐਸੇ ਪਵਿੱਤਰ ਦਿਨ ਜਿਹੜੇ ਪ੍ਰਾਪਤ ਹੋ ਜਾਂਦੇ ਹਨ। ਪੜ੍ਹੋ ਫਿਰ ਮਹਾ ਆਨੰਦ ਸਦਾ ਕਰ ਕੀਰਤਨ। ਉਹ ਸਦਾ ਗੁਰੂ ਦਾ ਜਸ ਕਰਦੇ ਆ। ਔਰ ਜਿਹੜਾ ਮਹਾਨ ਆਤਮਾ ਆਨੰਦ, ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬੋ ਤਿਰਿਓ ਕੰਤ ਕਹਾਵਾ, ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪੁਰਖ ਵਿਧਾਤਾ ਪਾਏ। ਪੁਰਖ ਜਿਹੜਾ ਪਾਪਾਂ ਤੋਂ ਰੱਖਿਆ ਕਰਨ ਵਾਲਾ, ਪੁਰੀਆਂ ਦਾ ਖੋ ਕਰਨ ਵਾਲਾ, ਔਰ ਜਿੰਨੇ ਵੀ ਖੰਡ ਬ੍ਰਹਮੰਡਾਂ ਦੇ ਜੀਵ ਆ,
ਸਾਰਿਆਂ ਦਾ ਭੋਜਨ ਪਾਣੀ ਦਾ ਪੌਰਸ਼ ਉਦਮ ਪਰਿਸ਼ਾਰਥ ਕਰਨ ਵਾਲਾ ਵਿਧਾਤਾ ਜੋ ਸਾਰੀਆਂ ਵਿਧੀਆਂ ਨੂੰ ਮਿਲਣ ਵਾਲਾ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਅਬ ਮੋਹਿ RAM ਜਸੋ ਮਨ ਗਾਇਓ। ਅਸੀਂ ਹੁਣ ਮਨ ਕਰਕੇ ਰਮੇ ਹੋਏ ਰਮੰਤੀ ਰਾਮ ਉਹਦਾ ਜਸ ਗਾਇਆ, ਕਿਉਂਕਿ ਜਿਹੜੇ ਚੌਧਰੀ ਹੈ ਉਹ ਆਪਣੇ ਵੱਡਿਆਂ ਦਾ ਜਸ ਗਾਉਂਦੇ ਹੈ। ਅੱਜ ਕੱਲ੍ਹ ਜਿਹਨਾਂ ਨੂੰ ਆ ਚਮਚੇ ਚੁਮਚੇ ਕਹਿ ਦਿੰਦੇ ਆ, ਉਹ ਲੀਡਰਾਂ ਦੇ ਢੋਲੇ ਗਾਉਂਦੇ ਰਹਿੰਦੇ ਆ ਅਤੇ ਬੜੀ ਝੂਠੀ ਵਡਿਆਈ ਕਰਦੇ ਆ। ਜਿਵੇਂ ਕੋਈ ਰਾਜਾ ਸੀ, ਉਹਦੀ ਬੜੀ ਇਸ ਤਰ੍ਹਾਂ ਦੀ ਵਡਿਆਈ ਕਰਨੀ, ਉਹਨੂੰ ਵੀ ਬੜਾ ਫੁੱਲਣਾ ਕਿ ਮੇਰੀ ਬੜੀ ਉਪਮਾ ਬਹੁਤ ਚੰਗਾ। ਉਹ ਕਹਿਣ ਲੱਗਾ ਵਜ਼ੀਰ ਨੂੰ ਵੀ ਮੇਰੇ ਹੱਥਾਂ ਦੀਆਂ ਤਲੀਆਂ 'ਤੇ ਆਪਣੇ ਵਾਲ ਹੈ ਨਹੀਂ, ਇਹ ਕੀ ਗੱਲ ਆ? ਉਹ ਫਿਰ ਝੂਠੇ ਚਾਪਲੂਸ ਹੁੰਦੇ ਆ। ਮਹਾਰਾਜ ਤੁਸੀਂ ਹਰ ਵੇਲੇ ਪਬਲਿਕ ਨੂੰ ਦਾਨ ਵੰਡਦੇ ਰਹਿੰਦੇ ਆ ਅਤੇ ਵਾਲ ਘਸ ਜਾਂਦੇ ਆ। ਕਹਿੰਦੇ ਵਜ਼ੀਰ ਸਾਹਿਬ ਤੁਹਾਡੇ ਵੀ ਹੈ ਨਹੀਂ। ਕਹਿੰਦੇ ਮਹਾਰਾਜ ਸਾਡੇ ਲੈਂਦਿਆਂ ਦੇ ਘਸ ਜਾਂਦੇ ਆ ਜਿਹੜੇ ਤੁਸੀਂ ਦਾਤਾਂ ਦਿੰਦੇ। ਕਹਿੰਦੇ ਆ ਜਿੰਨੇ ਬੈਠੇ ਇਹਨਾਂ ਦੇ ਵੀ ਹੈ ਨਹੀਂ। ਕਹਿੰਦੇ ਜਿਨ੍ਹਾਂ ਨੂੰ ਮਿਲਦਾ ਕੁਝ ਨਹੀਂ ਉਹਨਾਂ ਦੇ ਹੱਥ ਤਲੀਆਂ ਮਲਦਿਆਂ ਦੇ ਘਸ ਜਾਂਦੇ ਆ। ਮੁੱਖ ਝੂਠ ਬਭੂਖਣ ਸਾਰੰਗ, ਜਿਵੇਂ ਅਲੰਕਾਰ ਗਹਿਣਾ ਹੁੰਦਾ ਨਾ, ਇਸ ਤਰ੍ਹਾਂ ਦੀਆਂ ਮੋਮੋ ਠਗਣੀਆਂ ਗੱਲਾਂ ਕਰ ਕਰਕੇ ਫਿਰ ਉਹ ਉਹਨਾਂ ਨੂੰ ਖੁਸ਼ ਕਰਕੇ ਆਪਣਾ ਹਲਵਾ ਮੰਡਾ ਬਣਾ ਲੈਂਦੇ ਆ। ਪਰ ਹੁਣ ਮਸੰਦਾਂ ਨੇ ਵੀ ਗੱਲ ਤਾਂ ਇਹ ਕੀਤੀ ਸੀ, ਉਹ ਰਾਜੇ ਤਾਂ ਪ੍ਰਭਾਵ 'ਚ ਆ ਜਾਂਦੇ ਨਾ ਮਨੁੱਖਿਆ, ਪਰ ਗੁਰੂ ਮਹਾਰਾਜ ਅੰਤਰਜਾਮੀ ਆ, ਉੱਥੇ ਹੇਰਾ ਫੇਰੀ ਚੱਲਦੀ ਨਹੀਂ। ਉਹ ਚਾਪਲੂਸ ਬਣ ਕੇ ਗੱਲ ਤਾਂ ਉਹਨੇ ਵੀ ਕੀਤੀ ਸੀ, ਪਰ ਮਹਾਰਾਜ ਅੰਤਰਜਾਮੀ ਹੈ, ਉੱਥੇ ਕੋਈ ਹੇਰਾ ਫੇਰੀ ਨਹੀਂ ਨਾ ਚੱਲਦੀ ਹੈ। ਸੋ ਇਸ ਕਰਕੇ ਐਸਾ ਜਿਹੜਾ ਪੁਰਖ ਵਿਧਾਤਾ ਜਦੋਂ ਉਹਨਾਂ ਨੇ ਰਾਮ ਦਾ ਜਸ ਕੀਤਾ, ਉਹਨੂੰ ਪਾਇਆ, ਉਹ ਹਰ ਵੇਲੇ ਉਹਦਾ ਜਸ ਕਰਦੇ ਹਨ। ਭਇਓ ਪ੍ਰਗਾਸ ਸਦਾ ਸੁਖ ਮਨ ਮਹਿ। ਉਹਨਾਂ ਦੇ ਹਿਰਦੇ ਵਿੱਚ ਫਿਰ, ਕਿਉਂਕਿ ਆਤਮਾ ਸਦਾ ਹੀ ਪ੍ਰਕਾਸ਼ ਰੂਪ ਹੈ, ਉਹਦੇ ਵਿੱਚ ਕੋਈ ਹਨੇਰਾ ਨਹੀਂ। ਕਿਉਂਕਿ ਜਿੰਨੇ ਪ੍ਰਕਾਸ਼ ਹੈ ਇਹ ਸੂਰਜ ਦੇ ਅੰਤਰਗਤ ਹੈ। ਅੱਗ ਲੈ ਲਓ, ਚੰਦ ਲੈ ਲਓ, ਤਾਰੇ ਲੈ ਲਓ, ਬਿਜਲੀ ਲੈ ਲਓ, ਆਹ ਚੁੱਲ੍ਹੇ ਦੀ ਅੱਗ ਲੈ ਲਓ, ਸਾਡੀ ਜੇਠਰਾਗਨੀ ਲੈ ਲਓ, ਬੜਵਾਗਨੀ ਲੈ ਲਓ, ਦਾਵਾਗਨੀ ਲੈ ਲਓ, ਕਿਉਂਕਿ ਅੱਗ ਦਾ ਪ੍ਰਧਾਨ ਸੂਰਜ ਹੀ ਹੈ, ਉਹਦੇ ਅੰਤਰਗਤ ਹੈ। ਅਤੇ ਸੂਰਜ ਦੇ ਅੰਦਰ ਜਿਹੜਾ ਤੇਜ ਪ੍ਰਕਾਸ਼ ਹੈ ਉਹ ਪਰਮਾਤਮਾ ਦਾ ਹੈਗਾ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਇਸ ਕਰਕੇ ਉਹ ਸਾਰਿਆਂ ਅੰਦਰ ਪ੍ਰਕਾਸ਼ ਦੇਣ ਵਾਲਾ ਉਹ ਆਪ ਹੈ। ਇਹ ਕੋਈ ਸਤੋਗੁਣੀ ਹੈਗੇ ਆ ਪ੍ਰਕਾਸ਼, ਕੋਈ ਤਮੋਗੁਣੀ ਹੈਗੇ ਆ। ਪਰ ਜਿਹੜਾ ਪਰਮਾਤਮਾ ਦਾ ਪ੍ਰਕਾਸ਼ ਹੈ ਉਹ ਨਾ ਤਮੋਗੁਣੀ ਹੈ ਨਾ ਸਤੋਗੁਣੀ ਹੈ, ਉਹ ਨਿਰੋਲ ਆਨੰਦ ਸਰੂਪ ਹੀ ਹੈ। ਸੋ ਇਸ ਵਾਸਤੇ ਆਤਮਾ ਚਾਹੇ ਕੋਈ ਅਗਿਆਨੀ ਹੈ ਚਾਹੇ ਗਿਆਨੀ ਹੈ, ਉਹਦਾ ਪ੍ਰਕਾਸ਼ ਰੂਪ ਹੈ। ਫਰਕ ਇੰਨਾ ਹੀ ਹੈ, ਗਿਆਨਵਾਨ ਨੇ ਜਿਹੜੇ ਉਹ ਅੰਨਮੈ ਮਨੋਮੈ ਪ੍ਰਾਣਮੈ ਵਿਗਿਆਨਮੈ ਆਨੰਦਮੈ ਕੋਸ਼ ਇਹਨਾਂ ਦੇ ਪੜ੍ਹਦੇ ਆ। ਸਤੋ ਰਜੋ ਤਮੋ ਦੇ ਪੜ੍ਹਦੇ ਆ। ਮਾਇਆ ਵੀ ਉਹ ਦੂਰ ਕਰ ਲਿਆ, ਉਹਦੇ ਕਰਕੇ ਉਹਨਾਂ ਨੂੰ ਆਤਮਾ ਜਿਸ ਤਰ੍ਹਾਂ ਦੀ ਹੈ ਉਸ ਤਰ੍ਹਾਂ ਦੀ ਉਹ ਨਜ਼ਰ ਆ ਜਾਂਦੀ ਹੈ। ਜਿਹੜੇ ਅਗਿਆਨੀ ਬੰਦੇ ਆ ਉਹਨਾਂ ਦੀ ਆਤਮਾ ਤਾਂ ਪ੍ਰਕਾਸ਼ ਰੂਪ ਹੀ ਹੈ, ਪਰ ਉਹ 'ਤੇ ਪਰਤਾਂ ਚੜ੍ਹੀਆਂ ਹੋਈਆਂ, ਉਹ ਜਦ ਤੱਕ ਲੈਂਦੀਆਂ ਨਹੀਂ ਉਦੋਂ ਤੱਕ ਉਹ ਪ੍ਰਕਾਸ਼ ਰੂਪ ਆਤਮਾ ਹੁੰਦੀ ਹੋਈ ਵੀ ਨਜ਼ਰ ਨਹੀਂ ਆਉਂਦੀ। ਜਿਵੇਂ ਹੁਣ ਸਾਡੇ ਨੇਤਰ ਕੰਮ ਕਰਦੇ ਆ, ਸਾਨੂੰ ਦੀਦਾ, ਅਤੇ ਜੇ ਇਹਨਾਂ ਦੇ ਉੱਤੇ ਕਾਲਾ ਚਿੱਟਾ ਮੋਤੀਆ ਆ ਜਾਏ, ਅੱਖਾਂ ਹੁੰਦਿਆਂ ਵੀ ਦੀਦਾ ਨਹੀਂ,
ਡਾਕਟਰ ਨੇ ਕਿਸੇ ਨੂੰ ਅੱਖਾਂ ਤਾਂ ਨਹੀਂ ਦਿੱਤੀਆਂ, ਅੱਖਾਂ 'ਤੇ ਆਇਆ ਹੋਇਆ ਆਵਰਣ ਹੀ ਦੂਰ ਕੀਤਾ। ਜਿਹੜੇ ਆਵਰਣ ਦੂਰ ਕਰ ਦਿੱਤਾ ਉਹਨਾਂ ਅੱਖਾਂ ਨੇ ਦਿਸਣ ਲੱਗ ਗਿਆ। ਇਸ ਤਰ੍ਹਾਂ ਬੁੱਧੀ ਦੇ ਉੱਤੇ ਵੀ ਇਹ ਮਾਇਆਵੀ ਪਰਦੇ ਜਿਹੜੇ ਆਏ ਹੋਏ, ਜਿਵੇਂ ਉਹ ਬੀਬੀਆਂ ਲਾਲਟਣਾ ਖਰੀਦ ਕੇ ਲਿਆਈਆਂ। ਇੱਕ ਤਾਂ ਸਿਆਣੀਆਂ ਸੀ, ਬੱਤੀ ਦਾ ਵੀ ਫੁੱਲ ਫਲ ਕੱਟ ਦੇਣਾ ਅਤੇ ਤੇਲ ਵੀ ਬਦਲਦੇ ਰਹਿਣਾ ਅਤੇ ਚਿਮਨੀ ਵੀ ਸਾਫ਼ ਕਰਨੀ ਅਤੇ ਕਲਾ ਵੀ ਹਿਸਾਬ ਦੀ ਰੱਖਣੀ ਕਿ ਬੱਤੀ ਜ਼ਿਆਦਾ ਧੂਣਾ ਜ਼ਿਆਦਾ ਛੱਡੇਗੀ, ਚਿਮਨੀ ਛੇਤੀ ਕਾਲੀ ਹੋ ਜਾਏਗੀ, ਉਹ ਮਰਜ਼ਾਦਾ 'ਚ ਰੱਖਣਾ। ਉਹ ਲਾਲਟਣਾ ਨੇ ਪੂਰਾ ਪ੍ਰਕਾਸ਼ ਦੇਣਾ। ਇੱਕ ਵਿਚਾਰੀ ਉਹੋ ਜਿਹੀ ਸੀ, ਉਹਨੇ ਨਾ ਤਾਂ ਬੱਤੀ ਦਾ ਫੁੱਲ ਕੱਟਿਆ, ਉਵੇਂ ਕਲਾ ਵੀ ਜ਼ਿਆਦਾ ਮਰੋੜ ਦੇਣੀ ਵੀ ਜ਼ਿਆਦਾ ਲਾਈਟ ਹੋਵੇ, ਉਹ ਫਿਰ ਫੁੱਲ ਵੀ ਜ਼ਿਆਦਾ ਬਣ ਜਾਣਾ, ਉਹ ਧੂੰਆਂ ਇੰਨਾ ਹੋਣਾ, ਘਰ 'ਚ ਵੀ ਸਾਰੇ ਪ੍ਰਦੂਸ਼ਣ ਹੋ ਜਾਣਾ ਅਤੇ ਕਾਲ ਕੁੱਢਣੀ ਅਤੇ ਚਿਮਨੀ ਵੀ ਐਨ ਕਾਲੀ ਹੋ ਗਈ। ਉਹ ਇੰਨੀ ਕਾਲੀ ਹੋ ਗਈ, ਮੁੜ ਕੇ ਬਾਹਰ ਲਾਈਟ ਆਉਣੀ ਹਟ ਗਈ। ਉਹ ਦੂਜਿਆਂ ਗੁਆਂਢੀਆਂ ਨੂੰ ਕਹਿੰਦੀ ਵੀ ਦੁਕਾਨਦਾਰ ਨੇ ਮੇਰੇ ਨਾਲ ਬੜੀ ਹੇਰਾ ਫੇਰੀ ਕੀਤੀ ਹੈ, ਵੀ ਮੇਰੀ ਲਾਲਟਣ ਹੁਣ ਪ੍ਰਕਾਸ਼ ਹੀ ਨਹੀਂ ਦਿੰਦੀ, ਤੁਹਾਡੀਆਂ ਲਾਲਟਾਂ। ਉਹ ਕਹਿੰਦੇ ਸਾਡੀਆਂ ਤਾਂ ਠੀਕ ਹੈ। ਕਹਿੰਦੇ ਵੀ ਉਹਨੂੰ ਅਲਾਮਾ ਦਈਏ, ਪੈਸੇ ਬਟੋਰ ਗਿਆ ਲਾਲਾ। ਕਹਿੰਦੇ ਦਿਖਾ ਤਾਂ। ਜਿਹੜੇ ਦੇਖਿਆ ਕਹਿੰਦੇ ਨਾ ਲਾਲੇ ਦਾ ਕਸੂਰ ਹੈ ਨਾ ਲਾਲਟਣ ਦਾ ਕਸੂਰ, ਤੇਰਾ ਆਪਣਾ। ਜਦ ਤੂੰ ਚਿਮਨੀ ਨਹੀਂ ਸਾਫ਼ ਕੀਤੀ ਅਤੇ ਤੈਨੂੰ ਪ੍ਰਕਾਸ਼ ਦੇਸੇ ਕਿਵੇਂ। ਅੱਜ ਕੱਲ੍ਹ ਕੇ ਇਹੋ ਜਿਹੇ ਬੰਦੇ ਆ, ਉਹਨਾਂ ਦੀਆਂ ਅੰਤਸ਼ਕਰਨ ਰੂਪੀ ਚਿਮਨੀਆਂ ਇੰਨੀਆਂ ਮਲੀਨ ਹੋਈਆਂ ਆ, ਉਹ ਕਹਿੰਦੇ ਰੱਬੇ ਹੀ ਹੈ ਨਹੀਂ। ਸਿਆਣੇ ਕਹਿੰਦੇ ਆ ਰੱਬ ਤੇ ਤੂੰ ਵੱਖ ਨਹੀਂ, ਪਰ ਤੇਰੇ ਕੋਲ ਦੇਖਣ ਵਾਲੀ ਅੱਖ ਨਹੀਂ। ਨਾਨਕ ਸੇ ਅਖੜੀਆਂ ਬਿਆਨ ਜਿਹਨਾਂ ਡਸੰਦੋ ਮਾਫਰੀ। ਉਹ ਕਹਿੰਦੇ ਦਿਖਾਓ ਰੱਬ ਕਿੱਥੇ ਹੈ। ਉਹਨਾਂ ਮੂਰਖਾਂ ਨੂੰ ਪੁੱਛੋ ਤੁਹਾਡਾ ਪ੍ਰਸ਼ਨ ਹੀ ਗਲਤ ਹੈ। ਕੋਈ ਬੰਦਾ ਕਹੇ ਦਿਖਾਓ ਵੀ ਸੂਰਜ ਦਾ ਪ੍ਰਕਾਸ਼ ਕਿੱਥੇ ਹੈ, ਸੂਰਜ ਦਾ ਪ੍ਰਕਾਸ਼ ਹੈ ਕਿੱਥੇ ਨਹੀਂ। ਆਕਾਸ਼ ਦਿਖਾਓ ਕਿੱਥੇ ਹੈ, ਆਕਾਸ਼ ਵੀ ਵਿਆਪਕ ਆ, ਉਹਦਾ ਹਰ ਜਗ੍ਹਾ ਹੀ ਹੈ। ਇਹ ਪ੍ਰਸ਼ਨ ਗਲਤ ਹੈ। ਰੱਬ ਜਿਹੜਾ ਹੈ ਉਹ ਪ੍ਰਛਿੰਨ ਨਹੀਂ, ਵਿਆਪਕ ਆ। ਦਿਖਾਈ ਉਹ ਚੀਜ਼ ਜਾਂਦੀ ਹੈ ਜਿਹੜੀ ਪ੍ਰਛਿੰਨ ਹੋਵੇ, ਜਿਹੜੀ ਵਿਆਪਕ ਹੁੰਦੀ ਹੈ ਉਹ ਤਾਂ ਜਰਰੇ ਜਰਰੇ ਵਿੱਚ ਹਰ ਜਗ੍ਹਾ ਹੀ ਹੈ। ਸੋ ਇਸ ਵਾਸਤੇ ਜਿਹੜੇ ਅਗਿਆਨੀ ਲੋਕ ਆ ਉਹਨਾਂ ਦਾ ਤਾਂ ਇਸ ਤਰ੍ਹਾਂ ਦੇ ਹੁੰਦੇ ਆ ਕਿ ਪਹਿਲਾਂ ਆਂਡਾ ਹੋਇਆ ਕਿ ਮੁਰਗੀ ਹੋਈ। ਜੇ ਕਹਾਂਗੇ ਪਹਿਲਾਂ ਆਂਡਾ ਹੋਇਆ ਮੁਰਗੀ ਬਿਨਾਂ ਕਿਵੇਂ ਹੋਇਆ, ਇਸ ਤਰ੍ਹਾਂ ਦੇ ਉਹ ਜਿਹੜੇ ਬੇਹੂਦਾ ਜਿਹੇ ਪ੍ਰਸ਼ਨ ਕਰਦੇ ਰਹਿੰਦੇ। ਉਹ ਸੰਤ ਮਹਾਂਪੁਰਸ਼ ਕਹਿੰਦੇ ਰੱਬ ਦਿਖਾਓ, ਰੋਜ਼ ਤੰਗ ਕਰਨਾ। ਇੱਕ ਦੁਨੀ ਮੂੰਹ 'ਤੇ ਸਾੜ ਕਰਦੀ, ਚਪੇੜ ਮਾਰੀ। ਕਹਿੰਦੇ ਮਹਾਰਾਜ ਮੈਂ ਬੇਨਤੀ ਕੀਤੀ ਸੀ, ਤੂੰ ਚਪੇੜ ਮਾਰੀ, ਉੱਤਰ ਨਹੀਂ ਦਿੱਤਾ। ਉਹ ਨਿਆਇਧੀਸ਼ ਕੋਲ ਚਲਾ ਗਿਆ, ਮੂੰਹ ਬਿੰਗਾ ਹੋ ਗਿਆ ਲਕਵਾ ਅਤੇ ਚੋਟ ਬੜੀ ਵੱਜੀ। ਅਤੇ ਮਹਾਰਾਜ ਮੈਂ ਪ੍ਰਸ਼ਨ ਕੀਤਾ, ਉਹਨੇ ਇਸ ਤਰ੍ਹਾਂ ਕੀਤਾ, ਮੇਰੇ ਮੂੰਹ 'ਤੇ ਕਿੰਨੀ ਸੱਟ ਵੱਜੀ। ਉਹ ਜਾਜਕ ਵੀ ਸਿਆਣਾ ਸੀ। ਉਹ ਕਹਿੰਦੇ ਮਹਾਂਪੁਰਖ ਜਿਹੜੇ ਉਹ ਬੜੇ ਬੀਤਰ ਆ ਗਿਆ ਔਰ ਬੜੇ ਸਿਆਣੇ ਆ, ਪਹਿਲਾਂ ਉਹ ਗੱਲ ਕਰ ਲੈਂਦੇ ਆ। ਪੁੱਛਿਆ, ਕਹਿੰਦੇ ਜੀ ਇਹਦੇ ਪ੍ਰਸ਼ਨ ਦਾ ਉੱਤਰ ਦਿੱਤਾ। ਕਹਿੰਦੇ ਜੀ ਉੱਤਰ ਕਿਵੇਂ? ਕਹਿੰਦੇ ਇਹਨੂੰ ਪੁੱਛੋ ਤੁਹਾਡੇ ਕੋਲ ਆਇਆ ਕਿਉਂ ਆਇਆ। ਕਹਿੰਦੇ ਜੀ ਮੇਰੇ ਚਪੇੜ ਮਾਰੀ, ਮੇਰੇ ਪੀੜ ਹੁੰਦੀ ਹੈ। ਕਹਿੰਦੇ ਪੀੜ ਦੇ ਖਾਲ ਕਿੱਥੇ ਆ? ਕਹਿੰਦੇ ਉਹ ਤਾਂ ਦੀਦੀ ਨੇ ਮੈਨੂੰ ਅਨੁਭਵ ਹੁੰਦੀ ਹੈ। ਕਹਿੰਦੇ ਬਸ ਫਿਰ ਰੱਬ ਵੀ ਅਨੁਭਵੇ ਹੁੰਦਾ। ਗੱਜ ਕੇ ਬੋਲੋ ਸਤਿਨਾਮ। ਹੁਣ ਹਵਾ ਦੀਦੀ ਥੋੜ੍ਹੀ ਹੈ ਤੱਤੀ ਠੰਡੀ, ਅਨੁਭਵ ਹੁੰਦੀ ਹੈ। ਜਦੋਂ ਠੰਡੀ ਲੱਗਦੀ ਆ ਕੋਟ ਕੋਟੀਆਂ ਪਾਈ ਫਿਰਦੇ ਆ, ਜਦੋਂ ਗਰਮ ਲੱਗਦੀ ਹੈ ਅਤੇ ਮਲਮਲ ਦੇ ਲੀੜੇ ਵੀ ਚੁੱਭਣ ਲੱਗ ਜਾਂਦੇ ਆ। ਹਵਾ ਦੀਦੀ ਨਹੀਂ ਹੈ, ਅੱਗ ਵਿੱਚ ਸਾੜਨ ਦੀ ਸ਼ਕਤੀ ਦੀਦੀ ਹੈ। ਭੁੱਖ ਪਿਆਸ ਦਾ ਕੋਈ ਰੂਪ ਦੱਸ ਸਕਦਾ? ਗੁੜ ਦੀ ਮਿਠਾਸ ਦੀਦੀ ਹੈ। ਜੇ ਪੁੱਛੀਏ ਵੀ ਗੁੜ ਕਿੰਨਾ ਕੁ ਮਿੱਠਾ, ਨਹੀਂ ਜੀ ਬਹੁਤ ਮਿੱਠਾ। ਇਹ ਕੋਈ ਦੱਸ ਸਕਦਾ ਕਿੰਨਾ ਮਿੱਠਾ? ਨਹੀਂ ਦੱਸਿਆ ਜਾਂਦਾ। ਇੰਨਾ ਹੀ ਆ ਵੀ ਮਿੱਠਾ। ਇਹ ਮਿਠਾਸ ਕੀ ਚੀਜ਼ ਆ, ਕੋਈ ਦੱਸ ਸਕਦਾ? ਇਸ ਤਰ੍ਹਾਂ ਇਹ ਜਿਹੜੇ ਇਹੋ ਜਿਹੇ ਲੋਕ ਆ ਬੇਹੂਦਾ ਪ੍ਰਸ਼ਨ ਕਰਦੇ ਆ ਅਤੇ ਬਤੰਡਾਵਾਦ ਕਰਦੇ ਆ। ਆਪ ਗਏ ਔਰਨ ਹੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ,
अवरन हस्ताप है काने तिन को देख कबीर ले जाने। इन्हां दी इहो जी हालत है मनमुख लोकां दी। ते सिर्फ वो पुड़पड़ी पाठ करी जाना, कोई होर चो कढ़न पाउण नूं नहीं, पानी च मधानी पाउणी, वो चो कोई मक्खण तां निकलना ही नहीं। दुध रिड़किया निकलदा है ठीक मक्खण, नहीं निकलदा नीर बरोलिया होवे। ये पानी रिड़कण वालियां गल्लां करदे आ जिन्हां दे विच कोई रस नहीं, जेवा रस नहीं राई, कोई राई मात्र भी इन्हां दी जुबान च रस नहीं, बिल्कुल फोकियां गल्लां करदे आ। पर जिन्हां नूं रस आ गया, आत्म रस जे जाने, सो है खालस देव। वो खालसा जिहड़ा देव प्रकाश रूप नूं प्रगट करन वाला है। सो इस वास्ते महाराज करदे होना सरकारां भी बड़ा जोर लाया होया। करोना जी आ गया जी, करोना आ गया है, ये नहीं हुण करोने दा करो ना कुछ ना करो, अंदर वड़ के बह जाओ। हाँ करोने का अर्थ है पर करो ना कुछ भी, अंदर लोग जाओ। अगे पुराने राजे हुंदे सी, वो बड़े बड़े यग हवन करते सी, परमात्मा अगे अरदासां करते सी, क्योंकि दुख सुख प्रभ देवनहार अवर त्याग तू तिसे चित। ये हुण अपना ओढ़ पल्ला बहुत करते हैं हैं जी। वो फिर किते न किते परमात्मा झलक दिखांदा, फिर जी हुण लॉकडाउन कर दिओ जी, फलाना कर दिओ। इधर देख लो सुरती इन्हां दी किसे दी नहीं जाती भी आपां कोई समुचे रूप विच ऐसा पूजा पाठ जप जग तप जग करिए जिहदे नाल परमात्मा नूं खुश करके, हैं जी। ये बीमारियां भी उहदे वल्लों ही आउंदियां। जिहले बंदा हंकारी हो जाता, वो फिर कोई ना कोई भेज दिंदा। ये कहते हैं वो कर देंगे क्यों, फिर रब रूप है नहीं। वो किते किते फिर दिखाल दिंदा, किते भुचाल आ गया, किते कोई परलो वाली गल, लहरां लूहरां आ गई, किते कोई पलेग आ गई, कोई डाकी हैजा आ गया, किते इहो जिहा आ गया। जदों दिल्ली महाराज 8वें पातशाह गए, उदों हैजे डाकी की बीमारी आई सी ना। औरंगजेब ने पूरा जोर ला लिया सी, राज सत्ता ने। अखीरी फिर आए राजे जय सिंह द्वारा पातशाह नूं बेनती की सी, ते महाराज ने फिर जल दे उत्ते श्री जपजी साहब पढ़ के एक कुंड विच पा दिता सी। पिया छकी, चलो जिहड़े छकी जांदे सी उन्हां दा हैजा दूर हो जांदा सी। इस तरह महाराज रणजीत सिंह दे राज होया सी। फिर बाबा बीर सिंह नूं बेनती की नरंगाबाद वालिआं नूं, उन्हें कहा खूही दा जल, ते महाराज रणजीत सिंह ने गागरां भर भर के सारे राज विच वो जल वरताया सी, ते हैजा डाकी की बीमारी चले गई सी। कहण तो भाव हुण ये लोग इधर तां ध्यान नहीं, क्योंकि कूड़ राजा कूड़ प्रजा कूड़ सब संसार, कूड़ दा पसारा जे तां सच दा होवे ते सच स्वरूपी परमात्मा दा आसरा लैण, उधर असीं तुरदे नहीं हैगे। उधर तुर पईए। महाराज कहंदे सर्व रोग को औखद नाम, कल्याण रूप मंगल गुण काम। इस करके महाराज सच्चे पातशाह समत देंदे, तुसीं भी घरां विच तंदुरुस्ती लियाउणी है ते फिर बाणी दा नाम दा आसरा लाओ। हुण जहाज़ां जहूजां च आ ते वो फल भी नहीं दिंदे, ते इन्हां करोना आ जाऊगा, ते मीट शराब खुली वरत रही है, ਇਹਦੇ ਨਾਲ ਕਰੋਨਾ नहीं आउंदा। वो जहाज़ां वरत रहा, पानी थां भर भर के गिलास पी रहे हैं शराबां दे, ਇਹਦੇ ਨਾਲ ਕਰੋਨਾ नहीं है। तो वो संसार की मत ही ऐसी है कि पुठियां चीज़ां जिहड़ियां उन्होंने आपां सही समझी बैठे हैं, जिहड़ा सही है उन्होंने गलत समझी बैठे हैं। क्योंकि खोटे को खरा कहे खरा सार ना जाने, अंधे कानों पारखू। हाँ जी, कली काल बडाने, कलयुग का यह बडान आश्चर्य खेल आ ना। सच्चाई तो हर पासे राजा चाहे प्रजा, वो सारे कोई रसे तुरे जा रहे हैं। पर जे आपां महाराज दा आसरा लैके तुरांगे, फिर करोने शरोने की चीज़ है, कुछ भी नहीं है।
ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਸਤਿਗੁਰ ਪੂਰਾ ਪਾਇਓ, ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਪਾਇਆ ਹੈ, ਪ੍ਰਾਪਤ ਕੀਤਾ। ਇਹ ਤੇ ਨਨਕਾਣਾ ਸਾਹਿਬ ਮਹਾਰਾਜ ਹਰਖਵਾਲ ਵਾਲੇ ਲੰਗਰ ਲਾਉਂਦੇ ਹੁੰਦੇ ਸੀ। ਉਹ ਕਮੇਟੀਆਂ ਨੇ ਤਾਂ 12 ਵਜੇ ਡੱਫਲੀ ਵੱਜ ਜਾਂਦੀ ਸੀ ਕਿ ਮਹਾਂਪੁਰਖਾਂ ਨੇ ਲੰਗਰ ਤੀਰਥਾਂ ਦੇ ਸ਼ੁਰੂ ਕੀਤੇ ਕਿ ਸੰਗਤਾਂ ਭੁੱਖੀਆਂ ਜਾਂਦੀਆਂ। ਮਹੀਨਾ ਮਹੀਨਾ ਉਹ ਮੇਲਾ ਰਹਿੰਦਾ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਚਰਨਾਂ 'ਚ। ਹੁਣ ਤਾਂ ਬਹੁਤ ਔਖਾ ਹੋ ਜਾਂਦਾ ਥੋੜ੍ਹੇ ਦਿਨਾਂ 'ਚ। ਉੱਥੇ ਫਿਰ ਅੰਗਰੇਜ਼ ਸਰਕਾਰ ਸੀ ਅਤੇ ਇੰਨੀ ਪਬਲਿਕ, ਕੋਈ ਫਲੈਸ਼ਬਾਜ਼ ਤਾਂ ਹੁੰਦੇ ਨਾ, ਤੁਹਾਨੂੰ ਪਤਾ ਹੀ ਹੈ ਪੁਰਾਣੇ ਬਜ਼ੁਰਗਾਂ ਨੂੰ। ਉਹ ਪਬਲਿਕ ਜ਼ਿਆਦਾ, ਗੰਦਗੀ ਫੈਲ ਗਈ ਅਤੇ ਚਾਰ ਚੁਫੇਰੇ ਹੈਜਾ ਫੈਲਣਾ ਸ਼ੁਰੂ ਹੋ ਗਿਆ, ਬੜੀ ਬਦਬੂ। ਅਤੇ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਆਹ ਗੱਲ ਹੈ। ਉਹਨਾਂ ਮਹਾਰਾਜ ਚਰਨਾਂ 'ਚ ਅਰਦਾਸ ਕਰਕੇ ਗੁਰੂ ਨਾਨਕ ਪਾਤਸ਼ਾਹ ਤੇਰੇ ਅਵਤਾਰ ਸੰਤ ਦੇ ਦਰਸ਼ਨ ਕਰਨ ਲਈ ਸੰਗਤਾਂ ਆਈਆਂ, ਕਿਰਪਾ ਕਰੋ। ਇੱਕ ਸਵਾਸ ਉਹਨੇ ਅੰਦਰ ਖਿੱਚਿਆ ਕਿ ਬਾਹਰ ਕੱਢਿਆ, ਸਾਰੀ ਬਦਬੂ ਪਤਾ ਨਹੀਂ ਕਿੱਧਰ ਗਈ। ਚਾਰ ਚੁਫੇਰੇ ਜਿਵੇਂ 12 ਮੀਲਾਂ ਦੀ ਕਸਤੂਰੀ ਛਿੜਕੀ ਹੁੰਦੀ ਹੈ। ਇਸ ਕਰਕੇ ਭਾਈ ਇਹ ਗੱਲ ਹੈਗੀ ਆ, ਜੇ ਮਹਾਂਪੁਰਖਾਂ 'ਚ ਕੋਈ ਕਲਾ ਉਹ ਨਾਮ ਬਾਣੀ ਦੀ ਹੁੰਦੀ ਹੈ, ਜਿਹਨੇ ਸ਼ਬਦ ਦਾ ਅਭਿਆਸ ਕਰ ਕਰਕੇ ਸ਼ਬਦ ਦੇ ਮਾਲਕ ਨੂੰ ਸਾਖਿਆਤ ਕਰ ਲਿਆ, ਉਹਨਾਂ ਵਿੱਚ ਇਹ ਸਮਰੱਥਾ ਹੁੰਦੀਆਂ। ਅਤੇ ਜੇ ਕੋਈ ਰੀਸ ਰੂਸ ਕਰੇ ਉਹ ਤਾਂ ਫਿਰ ਬੜੀ ਮੁਸ਼ਕਲ ਗੱਲ ਆ। ਉਹਨਾਂ ਦੀ ਰੀਸ ਕਰੇ ਸੋ ਬਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਅਤੇ ਕਈ ਵਾਰੀ ਰੀਸ ਤਾਂ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਆ, ਅਤੇ ਪਰ ਹੰਸਾਂ ਦੇਖ ਤਰੰਦਿਆਂ ਬਾਗਾਂ ਪਿਆਇਆ ਚਾਓ, ਡੋਬੂਏ ਬਾਗ ਬੱਪੜੇ ਸਿਰ ਤਲ ਉੱਪਰ ਪਾਓ। ਉਹ ਨਹੀਂ ਹੁੰਦੀ। ਉੱਥੇ ਪਹੁੰਚਣ ਵਾਸਤੇ ਕਮਾਈ ਕਰਨੀ ਪੈਂਦੀ ਹੈ। ਮਹਾਂਪੁਰਖਾਂ ਦੀਆਂ ਕਸਵੱਟੀਆਂ ਝੱਲ ਕੇ ਫਿਰ ਉਹ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਹੈ। ਰਹਾਉ। ਪਿਛਲੀ ਪੰਕਤੀ ਫੇਰ ਪੜ੍ਹੋ। ਭਇਓ ਪ੍ਰਗਾਸ ਸਦਾ ਸੁਖ ਮਨ ਮਹਿ, ਸਤਿਗੁਰ ਪੂਰਾ ਪਾਇਓ। ਧੰਨ ਧੰਨ ਬਾਬਾ ਭਾਗ ਸਿੰਘ ਜੀ ਮਹਾਰਾਜ ਕੁਰੀ ਵਾਲੇ ਰਾਵਲਪਿੰਡੀ ਦੇ ਇਲਾਕੇ 'ਚ ਪਚਾਦੇ ਹੁੰਦੇ ਸੀ ਨਾ। ਮਹਾਰਾਜ ਰਣਜੀਤ ਸਿੰਘ ਰੋਜ਼ ਹੀ ਸਿਆਪਾ ਰੱਖਦੇ ਸੀ। ਉਹਨਾਂ ਦੀ ਸੋਟੀ ਤੋਂ ਡਰਦੇ ਭੱਜਦੇ ਹੁੰਦੇ ਸੀ। ਇੰਨੀ ਬਰਕਤ ਸੀ ਮਹਾਂਪੁਰਖਾਂ ਦੇ। ਉਹਨਾਂ ਨੇ ਪਰਨ ਕਰ ਲਿਆ ਕਿ 1.25 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ। ਪੁਰਾਣੇ ਗੁਰਸਿੱਖਾਂ 'ਚ ਰਿਵਾਜ ਹੁੰਦਾ ਸੀ। ਹੁਣ ਤਾਂ ਪਹਿਲਾਂ ਹੀ ਆਪਾਂ ਕਹਿੰਦੇ ਉੱਪਰਲੇ ਡੰਡੇ ਨੂੰ ਹੱਥ ਪਾ ਲਈਏ। ਆਨੰਦ ਬਾਜੇ ਅਤੇ 10 ਦੁਆਰ ਤੁਰੇ ਖੜ੍ਹਦੇ ਨਹੀਂ। ਇਹੋ ਨਹੀਂ ਹੁੰਦੀਆਂ ਗੱਲਾਂ। ਸਟੈਪ ਬਾਈ ਸਟੈਪ ਤੁਰੀਏ, ਫਿਰ ਕੋਈ ਮਜਲ ਮਿਲਦੀ ਹੁੰਦੀ ਹੈ। ਜਲਦਬਾਜ਼ੀ ਕਾਹਲੀ ਨਾ ਨਹੀਂ। ਉਬਲਿਆ ਚਟਾਂਗੇ, ਮੂੰਹ ਸੜੇਗਾ, ਬਿਮਾਰੀਆਂ ਪੈਦਾ ਹੋਣਗੀਆਂ। ਵਿਚਾਰ ਨਾਲ ਚੱਲਣਾ ਪੈਂਦਾ। 1.25 ਲੱਖ ਅਤੇ ਜਿਹੜੇ 40,000 ਕੀਤਾ ਨਾ, ਸ਼ਕਤੀਆਂ ਆ ਕੇ ਮੂਹਰੇ ਖੜਨ ਲੱਗ ਪਈਆਂ। ਉਹਨੇ ਕਿਹਾ ਪਰਮੇਸ਼ਰੀ ਮਾਇਆ ਬੜੀ ਪਰਬਲ ਭਰਮਾ ਨਾ ਦੇਵੇ ਵੀ ਹੁਣ ਕਿਸੇ ਮੁਰਸ਼ਦ ਦੀ ਲੋੜ ਪੈਣੀ ਆ, ਗੁਰੂ ਪੀਰ ਦੀ। ਫਿਰ ਦ੍ਰਿਸ਼ਟੀ ਜਿਹੜਾ ਦੜਾਈ ਅਤੇ ਬਾਬਾ ਸਾਹਿਬ ਸਿੰਘ ਬੇਦੀ ਵੱਲ ਗਈ ਸੁਰਤ ਕਿ ਉਹ ਪੂਰਨ ਮਹਾਂਪੁਰਖ ਹੈ। ਉੱਥੇ ਫਿਰ ਚਲਾ ਗਿਆ। ਉਹ ਜਾਣੀ ਜਾਣ ਕਹਿੰਦੇ ਆਪ ਭਾਗ ਸਿੰਘ ਤੇਰੇ ਜਪਜੀ ਸਾਹਿਬ ਅਸੀਂ ਪੂਰੇ ਕਰਾਵਾਂਗੇ। ਕਹਿੰਦੇ ਵੀ ਪੂਰੇ ਹੀ ਆ। ਬਸ ਫਿਰ ਉਹਨਾਂ ਨੇ ਜੀ ਦੇਖੀਏ ਵੀ ਪੂਰਾ ਉਤਰਦਾ। ਕਹਿਣਾ ਫਲਾਣੇ ਜੱਟ ਦੇ ਖੇਤ 'ਚ ਘੋੜੇ ਘੋੜੀਆਂ ਚਰਾ ਕੇ ਲਿਆ। ਉਹ ਜਿਹਦਾ ਨੁਕਸਾਨ ਹੋਵੇ ਉਹ ਬਾਬਾ ਜੀ ਕੋ ਮਹਾਰਾਜ ਤੁਹਾਡਾ ਨਵਾਂ ਚੇਲਾ ਨੁਕਸਾਨ ਬਹੁਤ ਕਰ ਰਿਹਾ, ਉਹਦਾ ਹਰਜਾਨਾ ਭਰ ਦੇਣਾ, ਇਹਨੂੰ ਡਾਟਣਾ, ਮੁੜ ਕੇ ਫੇਰ ਭੇਜ ਦੇਣਾ। ਫਿਰ ਇਸੇ ਤਰ੍ਹਾਂ ਇੱਕ ਦਿਨ ਫਿਰ ਫੌੜਿਆਂ ਨਾਲ ਕੁੱਟਿਆ, ਕੁੱਟ ਕੇ ਕੱਢਦਾ। ਚੰਗਾ ਆਇਆ ਬ੍ਰਹਮ ਗਿਆਨ ਲੈਣ, ਅਲਾਮੇ ਦਵਾਈ ਜਾਣਾ ਅਤੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰਤੇ। ਮੀਂਹ ਹਨੇਰੀ ਬੜਾ ਝੱਖੜ। ਸੰਗਤ ਨੇ ਮਾਰਾ ਕਿਰਪਾ ਕਰੋ, ਰਹਿਮ ਕਰੋ। ਕਹਿੰਦੇ ਜਿਹੜਾ ਸਿਫਾਰਿਸ਼ ਕਰੂ ਉਹਦੀ ਵੀ ਇਹ ਹਾਲਤ ਹੋਊ। ਫਿਰ ਸੰਗਤ ਨੇ ਬੇਨਤੀ, ਕਹਿੰਦੇ ਬੁਲਾਓ। ਕਹਿੰਦੇ ਗਿਆ ਨਹੀਂ ਹੋਏ। ਕਹਿੰਦੇ ਮਹਾਰਾਜ ਜਾਵਾਂ ਕਿੱਥੇ, ਬਿਆਦਰ ਨਾਹੀਂ ਕੈਦਰ ਜਾਓ। ਕਿੱਥੇ ਜਾਈਏ?
ਕੋਈ ਥਾਂ ਹੀ ਹੈ ਨਹੀਂ। ਕਹਿੰਦੇ ਆ ਜਾ ਦੇਖਣਾ ਸੀ ਵੀ ਹੋਂਦ ਮਰ ਗਈ ਕਿ ਨਹੀਂ। ਇਹਦਾ ਨਾਂ ਜੀਵਤ ਭਾ ਹੰਕਾਰ ਤੋਂ ਮਰਨਾ। ਹੁਣ ਅੱਜ ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ, ਪਾਲਦੇ ਸਾਰਾ ਕੁਛ। ਇਹ ਤਾਂ ਆਪਣੀ ਹੋਂਦ ਮਿਟਾਉਣੀ ਪੈਂਦੀ ਹੈ। मिटा दे अपनी हस्ती को, ये कश मरातबा चाहें, दाना खाक में मिलकर गुले गुलजार होता है। कोई बीज अपना आप गालूगा फिर वृक्ष बनू, फिर बीज पैदा हो। तो जो अपनी होंद रखदा फिर दाना नहीं है, वो तो एक पत्थर है। कोरड़ मोड़ जनेहा हुण सारे मां गल जाते हैं, वो कोकड़ू तो उवें ही रहिंदा ना। कई संग च रोज़ आउंदे पर वो कोकड़ू ही है, अवसर नहीं कोई भी। इत्थे आके भी उन्हें उही काम करना जिहड़ा बाहर करदे आ। सो संगत विच आके जिहड़ा अपनी होंद मिटा के सेवा करदा, सत्संग करदा, बाणी पढ़दा, वो तां झोलियां भर लैंदा ते बाकी जिहो जिहे आए उहो जिहे चल जांदे। सो इस करके महाराज सच्चे पातशाह ने फिर उन्हां दे बख्शिश कर दित्ती ते रूहानीयत। एक दिन दे भाग सियां, किन्ने दिन समाधि लाएगा? 8 दिन 7 दिन किन्ने दिन? कहंदे महाराज हुक्म, कहंदे चंगा 8 दिन। महीना 6 महीने 2 तंबू लग गए, एक च बाबा भाग सिंह जी बह गए, एक च महाराज ऊने वाले बाबा साहब बेदी। बाहर नंगियां तलवारां दे पहरे लग गए, ना खाना ना पीना ना उठना, ना कोई हाजत क्रिया। या खाना पीना नहीं, हाजत क्रिया कादी। 6 महीने हो गए। फिर बाबा भाग सिंह ने कहा भी समाधि तो ला सकते हैं, पर ये मेरे मुरशद, मैं उन्होंने शागिर्द हाँ। भावें अवस्था एको ही मिल गई है, पर फिर भी गुरु का अदब करना जरूरी है। वो घुंगूया मारिया, कहते डोल गया। कहते नहीं महाराज, तुसी गुरु, मैं शिश, शिश नूं गुरु का मुकाबला नहीं करना चाहिए। गज के बोलो सतनाम। अही तो हुण गुरु गोबिंद सिंह तो भी गाहां निकलण नूं तैयार होए हों। असीं जी खालसे हैं। भावें महाराज ने अपने खालसे नूं सत्कार दिता, पर फिर भी गुरु शक्ति दे अंतर्गत हो के वरतीए फिर तां खालसा बख्शिश लै लो। ते जे महाराज तो मोहरे हो के तुरांगे ना, फिर नहीं बख्शिश मिलनी। इसे करके मार खा रहे हैं। वो शरधा भगती जड़ी सी, प्यार सी, वो निकल गया। तो गुरु अंगद साहब, गुरु अमरदास साहब का इतिहास पढ़ लियो। महाराज ने बांह च बांह पाई सी ना, तो गुरु अमरदास की बांह निकल गई सी। तू गुरु की बेअदबी की। खडूर साहब तो जल लैन आना, कि खडूर साहब खूह है ना, प्यास तो मंगवाते ही बजुर्ग कुड़मा सगे 72 तो 84 साल तक गए। वो बांह तो काम नहीं लिया, तू मारे तो अगे निकली है, एवं बन रखी। इन्ना सत्कार पिछल खुरी जाना, जिले खडूर साहब की हद मुके फे करवट। अज साडे अंदर भावना किन्नी के, जे भावना नहीं रही तो पल्ले भी कुछ नहीं। शरधा वन लभते ज्ञान संज ते अंदर आ। जिन्हों ने अपने मन बुद्धि इंद्रियां ते काबू किया और शरधा भावना रखते हैं, उन्होंने ज्ञान की उपलब्धि प्राप्ति होंदी है। ये गल्लां ना प्राप्त होने वाला नहीं। गली ज्ञान ढूंढी कथना करड़ा सार। अजकल जग कौआ मुख चुंझ ज्ञान, ज्ञान की चुंझ लगी है। शराब पीती होंदी है, जे उन्होंने सिक्ख्या तुसीं बाणी पढ़िया करो, तुसीं की लेना। वो साढ़े उत्थे ग्रंथी ने कहा भी शराब नहीं पीनी, उन्हें ग्रंथी नूं कुटिया। कहते तेरी पीने, अपने पैसे की पीने, तेरा की ढिड दुखदा। अजकल तो लोग क्यों तुरे हुए हैं कि मूर्खां नूं उपदेश देना भी महंगा पैंदा। तां ही कहा ना, सार किताब लिख जन पात्र कपात्र को सोध कर बोध करे, बुद्धवान जो बोध प्रकाशे। हाँ जी रहाऊ। विश्राम दे के पातशाह जी कृपा करते हैं। गुण निधान रिद भीतर वसिया। गुणा दा निधान खजाना रूपी मालक उदा प्यार जदों हिरदे विच वस गया, तां दुख भरम भौ भागा। ना दुख रहा, ना भरम रहा, ना भौ रहा।
ਇਹ ਸਾਰੀਆਂ ਚੀਜ਼ਾਂ ਦੌੜ ਜਾਂਦੀਆਂ ਹਨ। ਭਈ ਪ੍ਰਾਪਤ ਵਸਤ ਅਗੋਚਰ। ਇਹ ਜਿਹੜੀ ਅਗੋਚਰ ਮਨ ਬੁੱਧੀ ਇੰਦਰੀਆਂ ਦੇ ਵਿਸ਼ੇ ਸੀ, ਆਤਮਾ ਰੂਪੀ ਵਸਤੂ, ਉਹ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। RAM ਨਾਮ ਰੰਗ ਲਾਗਾ। ਰਾਮ ਨਾਮ ਪਰਮੇਸ਼ਰ ਦਾ ਜਦੋਂ ਭਜਨ ਕੀਤਾ ਤੇ ਉਹਨਾਂ ਨੂੰ ਫੇਰ ਰੰਗ ਲੱਗ ਗਿਆ। ਕਿਹੜਾ? ਗੁਰੂ ਦੇ ਪਿਆਰ ਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਬੜ ਭਾਗਾ, ਮੈਲਾ ਕਦੇ ਨ ਹੋਵੇ ਨ ਲਾਗਾ ਦਾਗਾ। ਪ੍ਰਭ ਪਾਇਆ ਸੁਖਦਾਈਆ ਨਾ ਮੇਟਿਆ ਜਾਏ। ਉਹ ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਚਿੰਤ ਅਚਿੰਤਾ ਸੋਚ ਅਸੋਚਾ। ਅੱਗੇ ਤਾਂ ਚਿੰਤਾ ਰਹਿੰਦੀ ਸੀ, ਕਿੱਥੋਂ ਖਾਵਾਂਗੇ ਪੀਵਾਂਗੇ ਪਹਿਨਾਂਗੇ, ਕੁੜੀ ਵਿਆਹੁਣ ਵਾਲੀ ਆ, ਕਰਜ਼ਾ ਲਾਉਣ ਵਾਲਾ, ਫਲਾਨਾ ਧਿਮਕੜਾ, ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ, ਇਸ ਤਰ੍ਹਾਂ ਦੀਆਂ ਬਹੁਤ ਸੀਗੀਆਂ। ਸਾਰੀਆਂ ਚਿੰਤਾ ਤੋਂ ਅਚਿੰਤ ਹੋ ਗਏ। ਕੋਈ ਫਿਕਰ ਹੀ ਨਹੀਂ ਕਿ ਮਹਾਰਾਜ ਸਾਰੇ ਕਾਰਜ ਆਪੇ ਕਰਦੇ। ਜਿਹੜੀਆਂ ਅੱਗੇ ਸੋਚਾਂ ਸੀ ਉਹ ਵੀ ਖਤਮ ਹੋ ਗਈਆਂ, ਸੋਚਾਂ ਤੋਂ ਵੀ ਅਸੋਚ ਹੋ ਗਏ। ਉਹਨਾਂ ਦੇ ਕਾਰਜ ਨਿਰੰਕਾਰ ਪਰਮੇਸ਼ਰ ਆਪਣੇ ਆਪੇ ਸਾਰੇ ਕਾਰਜ ਕਰ ਕਰਾ ਰਿਹਾ ਹੈ। ਸੋਗ ਲੋਭ ਮੋਹ ਥਾਕਾ। ਸੋਗ ਵੀ ਕੋਈ ਨਹੀਂ ਰਿਹਾ, ਲੋਭ ਨਹੀਂ ਤੇ ਮੋਹ, ਇਹ ਵੀ ਥੱਕ ਕੇ ਜਿੰਨੇ ਸੀ ਬਕਾਰ ਸਾਰੇ ਕਫੂਰ ਹੋ ਗਏ, ਉੱਡ ਗਏ ਹਨ। ਹਉਮੈ ਰੋਗ ਮਿਟੇ ਕਿਰਪਾ ਤੇ। ਜਦੋਂ ਮਹਾਰਾਜ ਦੀ ਕਿਰਪਾ ਹੋ ਗਈ, ਇਹ ਹਉਮੈ ਦੀ ਬਿਮਾਰੀ, ਇਹ ਵੀ ਨਾਮ ਦੀ ਬਰਕਤ ਨਾਲ ਦੂਰ ਹੋ ਜਾਂਦੀ ਹੈ। ਜਮ ਤੇ ਭਏ ਬੇਬਾਕਾ। ਉਹ ਜਮ ਤੋਂ ਵੀ ਬੇਬਾਕਾ, ਮੈਨੇ ਬੇਪਰਵਾਹ ਹੋ ਗਿਆ। ਇੱਕ ਵਾਰੀ ਸੰਤ ਹਰ ਕੋਲੋਂ ਕਹਿੰਦੇ, ਮਹਾਰਾਜ ਜੇ ਤੁਹਾਡੇ ਸਤਸੰਗੀਆਂ ਨਾਲ ਜਮਰਾਜ ਕੋਈ ਵਧੀਕੀ ਕਰੇ, ਕਹਿੰਦੇ ਕੰਨੋਂ ਫੜ ਕੇ ਜਮ ਨੂੰ ਬਦਲ ਦਿਆਂਗੇ। ਵਾਹਿਗੁਰੂ। ਉਹ ਵੀ ਕਹਿੰਦੇ ਇੱਕ ਕਰਿੰਦਾ ਹੀ ਹੈ, ਕੋਈ ਮਾਲਕ ਤਾਂ ਨਹੀਂ ਹੈ ਵੀ ਸੰਜੀਵਨੀ ਪੁਰੀ ਦਾ ਮਾਲਕ ਬਣ ਕੇ ਬਹਿ ਗਿਆ। ਕਹਿੰਦੇ ਜਮਰਾਜ ਨੂੰ ਬਦਲ ਦਿਆਂਗੇ। ਏਡੀ ਵੱਡੀ ਤਾਕਤ ਵਾਹਿਗੁਰੂ ਦੇ ਪਿਆਰਿਆਂ ਵਿੱਚ ਪਰਮੇਸ਼ਰ ਵੱਲੋਂ ਬਖਸ਼ੀ ਹੁੰਦੀ ਹੈ। ਕਹਿੰਦੇ ਜੇ ਸਾਡੇ ਗੁਰਸਿੱਖਾਂ ਨਾਲ ਨਾਮ ਬਾਣੀ ਅਭਿਆਸ ਕਰਨ ਵਾਲਿਆਂ ਨਾਲ ਉਹ ਬੇਨਿਆਈ ਕਰੇਗਾ ਤੇ ਜਮਰਾਜ ਨੂੰ ਬਦਲ ਦਿਆਂਗੇ। ਇਹ ਤਾਕਤਾਂ ਹੁੰਦੀਆਂ ਕਮਾਈ ਵਾਲੇ ਪੁਰਸ਼ਾਂ ਦੇ ਅੰਦਰ। ਪਾਤਸ਼ਾਹ ਜੀ ਕਹਿੰਦੇ ਜਮ ਤੇ ਭੈ ਬਵਾਕਾ, ਉਹ ਜਮਾਂ ਦੇ ਭੈ ਤੋਂ ਵੀ ਬਵਾਕਾ, ਨਿਡਰ ਬੇਪਰਵਾਹ ਹੋ ਜਾਂਦੇ ਹਨ। ਗੁਰ ਕੀ ਟਹਿਲ ਗੁਰੂ ਕੀ ਸੇਵਾ। ਇਹ ਬਰਕਤ ਕਿੱਥੋਂ ਮਿਲਦੀ ਹੈ? ਗੁਰੂ ਦੀ ਟਹਿਲ ਕਰਨਾ, ਗੁਰੂ ਦੀ ਸੇਵਾ ਕਰਨੇ ਦੇ ਨਾਲ। ਗੁਰ ਕੀ ਆਗਿਆ ਭਾਣੀ। ਉਹਨਾਂ ਨੂੰ ਗੁਰੂ ਦੀ ਆਗਿਆ ਭਾ ਜਾਂਦੀ ਆ, ਗੁਰੂ ਦੀ ਆਗਿਆ ਦੇ ਅਨੁਸਾਰ ਚੱਲਦੇ ਆ। ਕਿਉਂਕਿ ਭਾਈ ਜਿਹੜਾ ਉਹ ਭਾਈ ਨਾਮ ਆਗਿਆ ਦਾ ਭਾਈ, ਉਹ ਹੈ ਜਿਹੜਾ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ, ਉਹਦਾ ਨਾਮ ਭਾਈ ਹੈ। ਹੁਣ ਤਾਂ ਮੂਲੀਆਂ ਵਾਲਾ, ਮਰੂੰਡੇ ਵਾਲਾ, ਇਹ ਮਰੂੰਡੇ ਵਾਲਾ ਭਾਈ ਹੈ ਜੀ। ਇਹ ਮੂਲੀਆਂ ਵੇਚਣ ਵਾਲਾ, ਗਾਜਰਾਂ ਵੇਚਣ ਵਾਲਾ ਭਾਈ ਹੈ। ਭਾਈ ਹੁੰਦਾ ਜਿਹੜਾ ਗੁਰੂ ਨੂੰ ਭਾ ਜਾਏ, ਮਨਜ਼ੂਰ ਹੋ ਜਾਏ। ਕਹੋ ਨਾਨਕ ਜਿਨ ਜਮ ਤੇ ਕਾਢੇ। ਪਾਤਸ਼ਾਹ ਦੀ ਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਸਿਧਾਂਤ ਦੱਸਦੇ ਆ, ਅਸੀਂ ਉਸ ਗੁਰੂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਜਮਾਂ ਦੇ ਜਿਹੜੇ ਪੈਦਾ ਕੀਤੇ 18 ਕੁੰਭੀ ਨਰਕ ਉਹਨਾਂ ਵਿੱਚੋਂ ਕੱਢ ਲਿਆ ਹੈ। ਤਿਸ ਗੁਰ ਕੈ ਕੁਰਬਾਨੀ। ਅਸੀਂ ਉਸ ਗੁਰੂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਬਾਬਾ ਹਰਨਾਮ ਸਿੰਘ ਪੁੱਛੋਂ ਵਾਲੇ ਹੋਏ ਨਾ ਮਹਾਂਪੁਰਖ, ਉਹਨਾਂ ਨੇ ਇੱਕ ਮੁਨਸ਼ੀ ਰੱਖਿਆ ਹੁੰਦਾ ਸੀ। ਜਦੋਂ ਕੋਈ ਆਉਣਾ, ਤੇਰਾ ਕੀ ਨਾਂ ਹੈ? ਤੇਰੇ ਪਿਓ ਦਾ ਨਾਂ, ਦਾਦੇ ਦਾ, ਲੱਕੜ ਦਾਦੇ, ਛੱਕੜ ਦਾਦੇ ਦਾ, ਉਹ ਸਾਰੇ ਗਿਣ ਗਿਣਾ ਕੇ ਜਾਂ ਇਹ ਸਾਰੇ ਨਰਕ ਚੋਂ ਕੱਢਤੇ। ਇੱਕ ਵਾਰੀ ਪਲੇਗ ਪੈ ਗਈ ਤੇ ਕੋਈ ਉਪਚਾਰ ਨਾ ਹੋਵੇ, ਅੰਗਰੇਜ਼ ਰਾਜ ਸੀ, ਤੇ ਮਹਾਂਪੁਰਖਾਂ ਕੋ ਆਇਆ, ਮਹਾਰਾਜ ਪਲੇਗ ਬੜੀ ਪਈ ਹੋਈ ਹੈ, ਇਹ ਬੰਦੇ ਫੂਕ ਕੇ ਆਉਣੇ ਆ, ਹੋਰ 10-15 ਲਾਸ਼ਾਂ ਪਈਆਂ, ਹੁਣ ਤਾਂ ਲੱਕੜਾਂ ਵੀ ਮੁੱਕ ਗਈਆਂ ਫੂਕਣ ਲਈ, ਕਿਵੇਂ ਕਰੀਏ? ਵੀ ਪਾਥੀਆਂ ਵੀ ਨਹੀਂ ਰਹਿ ਗਈਆਂ, ਰੋਟੀਆਂ ਕਾਹਨਾਂ ਪਕਾਉਣੀਆਂ? ਮਹਾਰਾਜ ਕਹਿੰਦੇ ਅੱਛਾ, ਉੱਥੇ ਇੱਕ ਮਜ਼੍ਹਬੀ ਸੀ, ਉਹਦਾ ਨਾਂ ਸੀ ਬੱਲਾ, ਉਹਦੇ ਘਰ ਵਾਲੀ ਦਾ ਨਾਂ ਸੀ ਬਖੋ। ਉਹਨੂੰ ਬੁਲਾ ਲਿਆ ਤੇ ਮਹਾਂਪੁਰਖ ਜਦੋਂ ਬੋਲਦੇ ਹੁੰਦੇ ਸੀ ਰਮਜ ਮਾਰਦੇ ਹੁੰਦੇ ਸੀ, ਬਹੁਤ ਵਿਦਵਾਨ ਸੀਗੇ। ਉਸ ਵੇਲੇ ਉਹ ਰਮਜ ਉਹਨਾਂ ਨੇ ਦਿੱਤੀ, ਬੱਲਿਆ ਬਖੋ ਨੂੰ ਸਮਝਾ
ਤੇਰਾ ਕੰਮ ਦਊ ਗਵਾ। ਉਹ ਹੁਣ ਮਤਲਬ ਕਾਲ ਨੂੰ ਤੇ ਬੱਲਾ ਕਹਿੰਦੇ ਆ, ਤੇ ਮੌਤ ਨੂੰ ਬਖੋ ਕਹਿੰਦੀ ਹੈ। ਬੱਲਿਆ ਬਖੋ ਨੂੰ ਸਮਝਾ, ਪੈ ਗਈ ਭੈੜੇ ਰਾਹ, ਤੇਰਾ ਕੰਮ ਦਊ ਗਵਾ। ਬਸ ਉਹ ਬਚਨ ਕੀਤਾ, ਸਾਰੀ ਪਲੇਗ ਪਲੂਗ ਅੜਾਤੀ। ਵਾਹਿਗੁਰੂ। ਪਰ ਜੇ ਕਹੀਏ ਗੱਲਾਂ ਨਾ, 7 ਲੱਖ ਪਾਠ ਹਰ ਕੀ ਪੌੜੀ ਦੇ ਸਾਹਮਣੇ ਬਹਿ ਕੇ ਸ੍ਰੀ ਜਪਜੀ ਸਾਹਿਬ ਦਾ ਕੀਤਾ। 7 ਲੱਖ। ਤੇ ਹੁਣ ਘਰਾਂ 'ਚ ਉਹਦਾ ਬਾਣੀ ਚਲੇ ਗਈ ਹੈ, ਬਾਣਾ ਵੀ ਚਲੇ ਗਿਆ, ਸਤਸੰਗ ਵੀ ਚਲੇ ਗਿਆ, ਬਚਨ ਮਨਾਉਣ ਵਾਲੀ ਸੇਵਾ ਵਾਲੀ ਭਾਵਨਾ ਵੀ ਚਲੇ ਗਈ। ਹੁਣ ਤਾਂ ਇਕੱਲੇ ਇਕੱਲੇ ਨੂੰ ਸੇਵਾਦਾਰ ਚਾਹੀਦੇ ਆ, ਸਾਡੀ ਡਿਊਟੀ ਕੋਈ ਕਰੇ। ਆ ਬੁੱਢੇ ਬੁੱਢੀਆਂ ਧੱਕੇ ਖਾਂਦੇ ਫਿਰਦੇ ਆ, ਬੁਰਾ ਹਾਲ ਹੋਇਆ। ਬਿਰਧ ਆਸ਼ਰਮ ਖੁੱਲ੍ਹ ਰਿਹਾ, ਯਤੀਮਖਾਨੇ ਖੁੱਲ੍ਹ ਰਿਹਾ। ਕਿਉਂ? ਅਸੀਂ ਬੁੱਢੇ ਬੁੱਢੀਆਂ ਨਹੀਂ ਸੰਭਾਲਦੇ, ਤਾਂ ਹੀ ਖੁੱਲ੍ਹ ਰਿਹਾ ਨਾ। ਦੇ ਜੇ ਸੰਭਾਲ ਲਈ ਆਪੋ ਆਪਣੇ ਬੁੱਢੇ ਬੁੱਢੀਆਂ, ਫਿਰ ਇਹਨਾਂ ਦੀ ਲੋੜ ਕੀ ਹੈ? ਉਹ ਸੇਵਾ ਵਾਲੀ ਭਾਵਨਾ ਖਤਮ ਹੋ ਗਈ ਹੈ। ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨ ਰੱਖਿਓ ਕਰ ਸੁਕਰ ਧਰਮ ਕਮਾਇਆ। ਉਹਨੇ ਦੁਨੀਆ ਤੋੜੈ ਬੰਧਨ ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ ਨਿਤ ਦੇਵੈ ਚੜੈ ਸੁਭਾਇਆ ਵਡਿਆਈ ਵੱਡਾ। ਇਸ ਕਰਕੇ ਗੁਰੂ ਪਿਆਰਿਓ, ਇਹ ਚੀਜ਼ਾਂ ਸਾਡੇ ਗੁਰੂ ਸਾਹਿਬ ਆਪ ਧੰਨ ਗੁਰੂ ਅਮਰਦਾਸ ਸਾਹਿਬ, ਮਾਤਾ ਖੀਵੀ ਜੀ, ਆ ਗੁਰੂ ਗ੍ਰੰਥ ਸਾਹਿਬ 'ਚ ਨਾਂ ਲਿਖਿਆ ਮਾਤਾ ਦਾ। ਮਾਤਾ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌਪਤ ਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਇਸ ਕਰਕੇ ਸੇਵਾ ਜਿਹੜੀ ਹੈ ਇਹ ਬਹੁਤ ਵੱਡੀ ਚੀਜ਼ ਹੈ। ਔਰ ਨਾਲ ਸਤਸੰਗ ਕਰਨਾ, ਸੇਵਾ ਦੀ ਸਮੱਤ ਲੈਣੀ, ਵੀ ਸੇਵਾ ਕਰਨੀ ਕਿਵੇਂ ਹੈ, ਇਹ ਵੀ ਸੋਝੀ ਲੈਣੀ ਪੈਂਦੀ। ਬਾਬਾ ਅਤਰ ਸਿੰਘ ਮਹਾਰਾਜ ਮਸਤੂਆਂ ਵਾਲੇ ਰਾਵਲਪਿੰਡੀ ਗਏ ਸੀ, ਜਿੱਥੇ ਕੁਟੀਆ 'ਚ ਮਸਤੂਆਂ ਪਲੰਘ ਸੀ ਨਾ। ਇੱਕ ਪ੍ਰੇਮੀ ਨੇ ਪੋਹ ਦਾ ਮਹੀਨਾ ਤੇ ਪੱਖਾ ਲੈ ਕੇ ਚੱਲਣਾ ਵੀ ਸੰਤ ਉੱਤੇ ਬੈਠੇ ਆ। ਕਹਿੰਦੇ ਨਾ ਪੱਖਾ ਫੇਰੀ ਪਾਣੀ ਢੋਵਾਂ, ਐਉਂ ਲਾ ਪਿਆ। ਜਿਹੜੇ ਸੰਤ ਮਹਾਰਾਜ ਆਏ, ਕਹਿੰਦੇ ਪ੍ਰੇਮੀਆਂ ਤੇਰੇ ਪੱਖੇ ਦੀ ਹਵਾ ਰਾਵਲਪਿੰਡੀ ਪਹੁੰਚਦੀ ਰਹੀ ਹੈ, ਪਰ ਰੁੱਤ ਵਿਚਾਰ ਲਿਆ ਕਰ ਕਿਤੇ ਨਮੂਨੀਆਂ ਨਾ ਕਰ ਦੇਈਂ ਵੀ ਪੱਖੇ ਦੀ ਸੇਵਾ ਕਰਨੀ ਕਦੋਂ। ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁਝੀਐ ਤੇ ਅਕਲੀ ਕੀਚੈ ਦਾਨ। ਵਿਚਾਰ ਦੀ ਹਰ ਜਗ੍ਹਾ ਲੋੜ ਹੈ, ਸੇਵਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਹਾਂਜੀ ਬੋਲੋਗੇ। ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਨੀ। ਜਿਹੜੇ ਗੁਰੂ ਨੇ ਸਾਨੂੰ ਜਮਾਂ ਦੀਆਂ ਬਣਾਈਆਂ ਹੋਈਆਂ ਆ ਨਰਕਾਂ ਦੀਆਂ ਜਿਹੜੀਆਂ ਪੁਰੀਆਂ, ਉਹਨਾਂ 'ਚੋਂ ਕੱਢ ਲਿਆ, ਅਸੀਂ ਉਸ ਗੁਰ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਸਾਧ ਸੰਗਤ ਜੀ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਆਪ ਜੀ ਨੇ ਸ਼ਰਵਣ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਪਵਿੱਤਰ ਵਿਚਾਰਧਾਰਾ ਸਾਡੇ ਹਿਰਦੇ ਨਿਵਾਸ ਕਰੇ। ਆਈ ਸੰਗਤ ਨੂੰ ਜੀ ਆਇਆਂ। ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘ, ਢਾਡੀ ਸਿੰਘ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਕੇ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਅਗਲਾ ਜੋ ਪ੍ਰੋਗਰਾਮ ਹੈ ਢਾਡੀ ਜਥਾ, ਕਿਉਂਕਿ ਇਹ ਵੀ ਜ਼ਰੂਰੀ ਹੈ ਨਾ ਕਿ ਢਾਡੀ ਸਿੰਘ ਫਿਰ ਵੀਰ ਰਸ ਪੈਦਾ ਕਰਦੇ ਆ। ਨਹੀਂ ਤਾਂ ਜੈਨੀ ਬੋਧੀਆਂ ਨੇ ਲਾਤਾ ਸੀ, ਨਹੀਂ ਜੀ ਜੇ ਇੱਕ ਮੂੰਹ 'ਤੇ ਚਪੇੜ ਮਾਰੇ ਦੂਆ ਪਾਸਾ ਕਰ ਦਿਓ। ਹਾਂਜੀ, ਜਿਹੜੇ ਬਦੰਤੀ ਸੀ ਉਹ ਨਹੀਂ ਕਹਿਣਾ ਜੀ ਇਹ ਸਭ ਮਿਥਿਆ ਹੈ, ਫਲਾਨਾ ਹੈ, ਆਤਮਾ ਸੱਚ ਹੈ। ਉਹ ਮਿਥਿਆ ਮੁਸਲੇ ਆ ਗਏ, ਉਹ ਕਹਿੰਦੇ ਤੁਹਾਨੂੰ ਮਿਥਿਆ, ਸਾਨੂੰ ਸਭ ਸੱਚ ਹੈ। ਉਹ ਇਹਨਾਂ ਨੇ ਬੁੜੀਆਂ ਵੀ ਲੈ ਗਏ, ਦੇਸ਼ ਵੀ ਸਾਂਭ ਕੇ ਬਹਿ ਗਏ। ਇਹ ਮਿਥਿਆ ਮਿਥਿਆ ਕਰੀ ਗਿਆ, ਉਹ ਕਹਿੰਦੇ ਤੁਹਾਨੂੰ ਮਿਥਿਆ, ਉਹ ਸਾਨੂੰ ਤਾਂ ਸੱਚ ਹੈ। ਪਰ ਮਹਾਰਾਜ ਨੇ ਕੀ ਕਿਹਾ? ਆਪ ਸੱਤ ਕੀਆ ਸਭ
ਸਤ ਤਿਸ ਪ੍ਰਭ ਤੇ ਸਗਲੀ ਉਤਪਤ। ਤੇ ਜਦੋਂ ਤੱਕ ਸੰਸਾਰ ਤੇ ਰਹਿਣਾ ਤੇ ਸਵੈ ਮਨ ਨੂੰ ਉੱਚਾ ਕਰਕੇ ਦਿਨ ਕੱਟਣੇ ਆ। ਇਸ ਤਰ੍ਹਾਂ ਦੀਆਂ ਗੱਲਾਂ ਨਹੀਂ। ਸੋ ਇਸ ਕਰਕੇ ਢਾਡੀ ਸਿੰਘ ਜ਼ਿਲ੍ਹੇ ਫੇ ਵੀਰ ਰਸ ਦੀਆਂ 12 ਗਾਉਂਦੇ ਆ, ਸੂਰਮਿਆਂ ਯੋਧਿਆਂ ਦੇ, ਤੇ ਆਤਮਾ ਨੂੰ ਹਲੂਣਾ ਆਉਂਦਾ, ਮਨ ਚੋਂ ਕੈਰਪੁਣਾ ਜਿਹੜਾ ਕਮਜ਼ੋਰੀ ਹੈ ਉਹ ਨਿਕਲਦੀ ਹੈ। ਇਹ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਖਾਲਸਾ ਕਿਰਪਾ ਕਰ ਗਿਆ। ਤੇ ਜਿਹੜੇ ਹੁਣ ਹੰਸ ਕਵੀ ਨੂੰ ਮਹਾਰਾਜ ਨੇ ਹਾਥੀ ਦਿੱਤੇ, ਘੋੜੇ ਦਿੱਤੇ, ਕਿੰਨੀ ਮਾਇਆ। ਕਹਿੰਦੇ ਮਹਾਰਾਜ ਪਿਓ ਹਾਥੀ ਦਾ ਦਿੱਤੇ, ਪੱਠੇ ਦਿੱਤੇ ਕੌਣ ਪਾਊਗਾ? ਕਹਿੰਦੇ ਉਹ ਵੀ ਮੇਰੀ ਸੰਗਤ ਸੰਭਾਲਣ ਲਈ। ਕਹਿੰਦੇ ਉਹ ਵੀ, ਕਹਿੰਦੇ ਮਹਾਰਾਜ ਹੁਣ ਤੋਂ ਤੁਸੀਂ ਮਾਇਆ ਦਿੰਦੇ, ਫੇਰ ਕੌਣ ਦਊ ਤੁਹਾਤੋਂ ਬਾਅਦ? ਕਹਿੰਦੇ ਮੇਰਾ ਖਾਲਸਾ ਦਿਆ ਕਰੂ, ਕਮੀ ਨਹੀਂ ਰਹੂਗੀ। ਸੋ ਇਸ ਕਰਕੇ ਆਪਣੀਆਂ ਬਰਕਤਾਂ ਮਹਾਰਾਜ ਰੱਖ ਗਏ ਆ, ਕਿਰਪਾ ਕਰਦੇ ਆ। ਹੁਣ ਢਾਡੀ ਸਿੰਘਾਂ ਤੋਂ ਪਿਆਰ ਦੇ ਨਾਲ 12 ਸਰਵਣ ਕਰਿਓ, ਤੇ ਜਿੰਨੇ ਕੁ ਬੈਠੇ ਆ ਨਾ ਉੱਠ ਕੇ ਨਾ ਜਾਇਓ। ਤੁਸੀਂ ਤਾਂ ਪੰਜਾਬੀ ਦੀ ਕਹਾਵਤ ਵਾਲੀ ਗੱਲ ਕਰਤੀ ਆ ਨਾ ਕਿ ਕਣਕ ਕਮਾਦੀ ਸੰਘਣੀ ਗੋਡੇ ਉੜਕ ਪਾ, ਤੇ ਜਿਹੜੀ ਮੱਕੀ ਆ ਬੇਰਲੀ ਆ ਵੀ ਬੰਦਾ ਵਿੱਚੋਂ ਰਜਾਈ ਲੈ ਕੇ ਨਿਕਲ ਜਾਏ। ਇੰਨਾ ਕਰੋਨੇ ਤੋਂ ਡਰ ਗਏ ਆ ਤੇ ਸੰਗਤ ਕਰਨੀ ਛੱਡੀ ਜਾਂਦੇ। ਇਹ ਬਾਣੀ ਪੜ੍ਹਨਾ, ਸੰਗਤ ਕਰਨਾ, ਇਹ ਨਾਮ ਜਪਣੇ, ਬਿਮਾਰੀਆਂ ਨਿਕਲਣੀਆਂ। ਆਪਣੇ ਯਤਨ ਨਹੀਂ ਚੱਲਦੇ ਹੁੰਦੇ। ਬਾਣੀ ਦਾ ਆਸਰਾ ਲਓ, ਨਾਮ ਦਾ ਆਸਰਾ ਲੈ ਕੇ ਸਰਬੱਤ ਦੇ ਭਲੇ ਅਰਦਾਸ ਕਰੋ। ਮਹਾਰਾਜ ਕਿਰਪਾ ਕਰੇਗਾ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਅੱਗੇ ਅਸੀਂ ਜਹਾਜ਼ 'ਚ ਆਉਣਾ, ਲਿਆ ਹੁੰਦਾ ਹਜ਼ੂਰੀ ਆ, ਸਾਨੂੰ ਦੇਖ ਕੇ ਲੋਕਾਂ ਨੇ ਕਹਿਣਾ। ਮੈਂ ਕਿਹਾ ਕੋਈ ਨਹੀਂ, ਥੋੜ੍ਹਾ ਟਾਈਮ ਹੈ, ਤੁਹਾਡੇ ਸਾਰੇ ਮੂੰਹ ਨੂੰ ਛਿੱਕਲੀ ਲੱਗ ਜਾਣੀ ਆ। ਗ੍ਰੰਥੀਆਂ ਨੇ ਗੱਲ 'ਚ ਪਰਨੇ ਪਾਉਣੇ, ਰਾਗੀਆਂ ਨੇ ਛੱਡ ਦਿੱਤੇ ਸੀ। ਆ ਜਿਹੜੇ ਸੰਪਰਦਾਇ ਇਹ ਤਾਂ ਰੱਖਦੇ ਸੀ, ਗ੍ਰੰਥੀ ਵੀ ਰੁਮਾਲ ਜਿਹਾ ਰੱਖਣ ਲੱਗ ਪਏ ਸੀ। ਅਤੇ ਹੁਣ ਆ ਸਾਰਿਆਂ ਨੂੰ ਅਲੱਗ ਹੈ ਨਾ ਜੀ, ਮਾਸਕ ਪਾਓ ਜੀ, ਕਰੋ ਜੀ। ਉਹ ਜਹਾਜ਼ ਕੇ ਬੀਬੀ ਮਾਸਕ, ਮੈਂ ਕਿਹਾ ਅਸੀਂ ਤਾਂ ਅੱਗੇ ਹੀ ਰੱਖਦੇ ਹਾਂ, ਤੁਸੀਂ ਨਵੇਂ ਲੱਗੇ ਰੱਖਣ। ਅਸੀਂ ਤਾਂ ਮੁੱਢ ਤੋਂ ਰੱਖਦੇ ਹਾਂ। ਆ ਤੁਹਾਡੀ ਮਾਸਕੀ ਜੀ ਤਾਂ ਇੰਨੀ ਕਿਹਾ, ਅਸੀਂ ਤਾਂ 2.5 ਗਜ ਦਾ ਪਰਨਾ ਗਲ 'ਚ ਰੱਖਦੇ ਹਾਂ। ਸੋ ਇਸ ਵਾਸਤੇ ਪਰਨਾ ਨਾਮ ਆਸਰੇ ਦਾ। ਹੱਥ ਪੂੰਝਣੇ ਆ, ਛਿੱਕ ਵਾਸੀ ਆਉਂਦੀ ਹੈ, ਹੱਥ ਨੂੰ ਸੂਚਾ ਜੁੱਠਾ। ਮਹਾਰਾਜ ਤਾਂ ਪਹਿਲਾਂ ਸਾਰਾ ਕੁਝ ਕਰ ਗਏ। ਜੇ ਆਪਾਂ ਮਹਾਰਾਜ ਦੇ ਬਚਨਾਂ 'ਤੇ ਰਹਿੰਦੇ ਤੇ ਆ ਮਾਸਕ ਮੂਸਕ ਜਿਹਾ ਹੁਣ ਕਰਨੇ ਹੀ ਨਾ ਪੈਂਦੇ, ਕਿਉਂਕਿ ਬਚਨ ਛੱਡ ਗਏ ਸੀ, ਗੁਰੂ ਕੀ ਮਰਜ਼ਾਦਾ ਤਿਆਗ ਗਏ ਸੀ। ਹੁਣ ਵੀ ਮਰਜ਼ਾਦਾ ਵਿੱਚ ਆ ਜਾਓ ਤੇ ਮਹਾਰਾਜ ਮਿਹਰ ਕਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।